ਜਸ ਟੀਵੀ ਦੇਖ ਰਹੇ ਹੋ ਤੁਸੀਂ। मैं KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਵਿਸਾਖੀ ਮੌਕੇ ਸਰਬੱਤ ਖਾਲਸਾ ਦੀ ਮੰਗ ਤੇ ਬਹਿਸ ਬਹੁਤ ਜ਼ਿਆਦਾ ਹੋ ਰਹੀ ਹੈ। ਇਸ ਬਹਿਸ ਦੇ ਵਿਚਾਲੇ ਸਾਲਾਨਾ ਜਿਹੜੇ ਸਮਾਗਮ ਹੁੰਦੇ ਆ ਤਖਤ ਸ੍ਰੀ ਦਮਦਮਾ ਸਾਹਿਬ ਉਹਦਾ ਪੋਸਟਰ ਆ ਜਿਹੜਾ ਉਹ ਰਿਲੀਜ਼ ਹੋ ਚੁੱਕਿਆ। ਇਹ ਸਮਾਗਮ ਹੈ ਜਿਹੜੇ ਉਹ ਲਿਖੇ ਗਏ ਉੱਥੇ 12 ਤਰੀਕ ਨੂੰ, 13 ਨੂੰ, 14 ਨੂੰ ਤੇ 15 ਅਪ੍ਰੈਲ ਨੂੰ। ਇਸ ਤੋਂ ਇਲਾਵਾ 16 ਅਪ੍ਰੈਲ ਦਾ ਵੀ ਇੱਕ ਸਮਾਗਮ ਹੈਗਾ ਤੇ ਉਹ ਤਾਂ ਉਹਨਾਂ ਦੇ ਜਿਹੜੇ ਕੰਟੀਨਿਊਸ ਸਮਾਗਮ ਚੱਲਦੇ ਉਹਨਾਂ ਵਿੱਚ ਹੀ ਉਹ शामिल हैगा। तो सालाना जोड़ मेला वो हर साल हुंदा है तख्त श्री दमदमा साहब। इहदे विच नवां की हैगा, उसे नवेंपन नूं ते उसे पुराणेपन नूं समझण दी असीं कोशिश करांगे। जथेदार साहब सरबत खालसा ते की बोलणगे, कदों बोलणगे, कदों स्पष्ट जिहड़ा वो स्टैंड दस्सणगे। इस दे नाल जिहड़ियां बाकी जथेबंदियां कुछ दल खालसा होया जां दिल्ली कमेटी होई, वो जथेबंदियां ने अपना अपना स्टैंड स्पष्ट किया होया। ते इसे स्टैंड दे विचाले ਸਰਬੱਤ ਖਾਲਸਾ ਤੇ ਕੌਮ ਸੋਚ ਰਹੀ ਹੈ ਕਿ ਉਹਨਾਂ ਨੂੰ ਕੁਝ ਸਹੀ ਦੱਸਿਆ ਜਾਵੇ, ਠੀਕ ਦੱਸਿਆ ਜਾਵੇ ਤੇ ਵਿਚਾਰਨਯੋਗ ਦੱਸਿਆ ਜਾਵੇ ਕਿ ਉਹਨਾਂ ਨੇ ਵਿਸਾਖੀ ਕਿਵੇਂ ਮਨਾਉਣੀ ਹੈ। ਤੇ ਇਸੇ ਵਿਚਾਲੇ ਇੱਕ ਕੈਲੰਡਰ ਆ ਜਾਂਦਾ, ਇਹ ਪੋਸਟਰ ਆ ਜਾਂਦਾ। ਜਦੋਂ ਇਹ ਪੋਸਟਰ ਆਉਂਦਾ ਤੇ ਫਿਰ ਪੋਸਟਰ ਤੋਂ ਬਾਅਦ ਖਬਰਾਂ ਲੱਗ ਜਾਂਦੀਆਂ ਕਿ ਸਰਬੱਤ ਖਾਲਸਾ ਦੀ ਸੰਭਾਵਨਾ ਖਤਮ ਹੋ ਚੁੱਕੀ ਹੈ। ਅਸੀਂ ਇਹ ਨਹੀਂ ਪੁੱਛ ਰਹੇ, ਅਸੀਂ ਇਹ ਪੁੱਛ ਰਹੇ ਹਾਂ ਸਰਬੱਤ ਖਾਲਸਾ ਤੇ ਦੁਬਦਾ। बड़ा सवाल असीं ये पूछांगे कि सरबत खालसा की मंग विचाले तख्त श्री दमदमा साहब च विसाखी मौके उलीके प्रोग्रामां दे मायने की है। इस सवाल ते चर्चा हुई। जिहड़ा पैनल साडे नाल उन्हां दा तारफ होना ते उस तो बाद डिबेट ओपन हो जाएगी। हरसिमरत सिंह सिख बुद्धिजीवी ने श्री आनंदपुर साहब तो साडे नाल मौजूद रहणगे। हरसिमरत सिंह जी तुहाडा बहुत स्वागत है सर। गुरप्रीत सिंह झब्बर श्रोमणी गुरद्वारा प्रबंधक कमेटी के मैंबर है। जथेदार साहब नूं बहुत नेड़ियों चंगी तरह समझते जानते हैं तो श्रोमणी गुरद्वारा प्रबंधक कमेटी इन्हां प्रोग्रामां बारे की दस्सेगी ते सरबत खालसा बारे SGPC अपना स्टैंड स्पष्ट कर सकती है। वो झब्बर साहब समझने की कोशिश करांगे। झब्बर साहब तुहाडा बहुत स्वागत है। खुशरपाल सिंह मान श्रोमणी अकाली दल अमृतसर के नुमाइंदे ने ते सिमरन सिंह मान हरां दे बहुत नेड़े समझे जाते आगू है। तो ਜਿਹੜੀ ਧਿਰ ਹੈਗੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਦੇ ਵਿੱਚੋਂ ਇਹ ਬਹੁਤ ਪੜ੍ਹੇ ਲਿਖੇ ਆਗੂ ਮੰਨੇ ਜਾਂਦੇ ਆ ਤੇ ਇਸੇ ਕਰਕੇ ਇਹਨਾਂ ਦੀ ਪਾਰਟੀ ਇਹਨਾਂ ਨੂੰ ਭੇਜਦੀ ਹੈ। ਮਾਨ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਮਰ ਸਿੰਘ ਚਾਲ ਕੌਮੀ ਇਨਸਾਫ ਮੋਰਚਾ ਦੀ ਨੁਮਾਇੰਦਗੀ ਕਰਦੇ ਆ, ਬਹੁਤ ਹੀ ਸੀਨੀਅਰ ਵਕੀਲ ਨੇ ਤੇ ਲੰਮਾ ਸਮਾਂ ਹੋ ਗਿਆ ਇਹਨਾਂ ਨੂੰ ਬੰਦੀ ਸਿੰਘਾਂ ਬਾਰੇ ਲੜਾਈ ਲੜਦਿਆਂ ਨੂੰ। ਤਕਰੀਬਨ 52 ਵਰ੍ਹੇ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਲਾ ਦਿੱਤੇ ਆ ਤੇ ਹੁਣ ਸਰਬੱਤ ਖਾਲਸਾ ਦਾ ਮੁੱਦਾ ਇਹਨਾਂ ਦੇ ਅੱਗੇ ਪਿਆ। ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਥੇਦਾਰ ਸਾਹਿਬ ਦੇ ਸਟੈਂਡ ਤੇ ਇਹਨਾਂ ਦਾ ਕੀ ਕਹਿਣਾ। ਚਾਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਬਹੁਤ ਮਿਹਰਬਾਨੀ ਜੀ। ਚੱਬਰ ਸਾਹਿਬ मैं एक चीज़ तुहाडे समझना चाਹੁੰਦਾ। मैं उम्मीद करदा कि सारे पैनलिस्ट बहुत संजीदगी नाल जवाब देणगे सवालों के। ਚੱਬਰ ਸਾਹਿਬ ਇਹ सालाना जोड़ मेला पहली बार तो हो नहीं रहा सर, हर साल हुंदा है ਤੇ ਇਸੇ ਦੀ ਰੂਪਰੇਖਾ ਨੂੰ ਲੈ ਕੇ ਸਾਰਿਆਂ ਨੇ ਇਹ ਖਬਰਾਂ ਚਲਾਤੀਆਂ ਕਿ ਸਰਬੱਤ ਖਾਲਸਾ ਦੀ ਸੰਭਾਵਨਾ ਮੁੱਕੀ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਚੱਬਰ ਸਾਹਿਬ? ਪਹਿਲਾਂ ਤਾਂ ਸਾਰੇ ਪੈਨਲਿਸਟ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਜਿਵੇਂ KP ਜੀ ਤੁਸੀਂ ਆਪ ਹੀ ਦੱਸਤਾ ਜੀ, ਬੋਲੋ ਬੋਲੋ। ਮਾਂ ਵਿੱਚ ਜੋ ਪ੍ਰੋਗਰਾਮ ਹੈ ਉਸੇ ਤਰ੍ਹਾਂ ਲਿਖੇ ਗਏ ਨੇ। ਪ੍ਰੋਗਰਾਮ ਇਹ ਹੈ ਪ੍ਰੋਗਰਾਮ ਹਰ ਸਾਲ ਹੀ ਹੁੰਦੇ ਆ, ਉਸੇ ਤਰ੍ਹਾਂ ਹੀ ਇਸ ਵਾਰ ਵੀ ਪ੍ਰੋਗਰਾਮ ਲਿਖੇ ਗਏ ਨੇਗੇ। ਤੇ ਜੋ ਪਿਛਲੇ ਸਾਲ ਤੋਂ ਕਵੀ ਦਰਬਾਰ ਕਰਾਇਆ ਜਾ ਰਿਹਾ ਉਹ 13 ਤਰੀਕ ਨੂੰ ਕੀਤਾ ਜਾ ਰਿਹਾ ਹੈਗਾ। ਤੇ ਅਸੀਂ 10 ਤਰੀਕ ਤੋਂ ਲੈ ਕੇ 10, 11, 12 ਤੇ ਸ਼ਾਮ ਨੂੰ ਰਹਿਰਾ ਸਾਹਿਬ ਦੇ ਪਾਠ ਤੋਂ ਬਾਅਦ ਤੇ ਬਾਹਰ ਖੁੱਲੇ ਪੰਡਾਲਾਂ ਦੇ ਵਿੱਚ ਉੱਪਰ ਜੋ ਤਖਤ ਸਾਹਿਬ ਦੇ ਉੱਪਰ ਜੋ ਜਗ੍ਹਾ ਗਈ ਬਾਹਰ ਜਿੱਥੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਾ ਸਾਹਿਬ ਕੀਰਤਨ ਕਰਨਗੇ, ਢਾਡੀ ਦਰਬਾਰ ਸਜਾਉਣਗੇ ਅਤੇ ਕਥਾਵਾਚਕ ਗੁਰਮਤਿ ਵਿਚਾਰ ਦੀਆਂ ਕਹਾਣੀਆਂ ਸਰਵਣ ਕਰਾਉਣਗੇ। 3 ਦਿਨ ਦਾ ਇਹ ਪ੍ਰੋਗਰਾਮ। ਉਸ ਤੋਂ ਬਾਅਦ 13 ਤਰੀਕ ਨੂੰ ਕਵੀ ਦਰਬਾਰ, 14 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਜੋ ਖੁੱਲੇ ਪੰਡਾਲਾਂ ਦੇ ਵਿੱਚ ਜੋ ਦੀਵਾਨ ਹਾਲ ਹੈ, ਦੀਵਾਨ ਹਾਲ ਦੇ ਵਿੱਚ ਧਾਰਮਿਕ ਜੋ ਸਮਾਗਮ ਹੈ, ਸਟੇਜ ਹੈ। ਚੱਬਰ ਸਾਹਿਬ ਇਹ ਪ੍ਰੋਗਰਾਮਾਂ ਦਾ ਵੇਰਵਾ ਅਸੀਂ ਨਾਲ ਨਾਲ ਚਲਾ ਵੀ ਰਹੇ ਹਾਂ। ਚੱਬਰ ਸਾਹਿਬ ਮੈਂ ਤਾਂ ਸਿੱਧਾ ਸਵਾਲ ਕਰ ਰਿਹਾ, ਸਰਬੱਤ ਖਾਲਸਾ ਦੀ ਸੰਭਾਵਨਾ ਖਤਮ ਮੰਨੀਏ? ਸਪਸ਼ਟ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਹੀ ਦੱਸ ਸਕਦੇ ਆ, ਪਰ ਇਹ ਪ੍ਰੋਗਰਾਮਾਂ ਤੋਂ ਕਲੀਅਰ ਹੋ ਗਿਆ ਕਿ ਜੋ ਵਿਸਾਖੀ ਤੇ ਸਰਬੱਤ ਖਾਲਸਾ ਬੁਲਾਉਣ ਦੀ ਗੱਲ ਹੈ
ਉਹ ਇਹ ਪ੍ਰੋਗਰਾਮਾਂ 'ਚ ਨਹੀਂ ਆਈ। ਇਸ ਕਰਕੇ ਵਿਸਾਖੀ ਤੇ ਸਰਬੱਤ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨਹੀਂ ਬੁਲਾਇਆ ਗਿਆ। ਮੈਨੂੰ ਇੱਕ ਚੀਜ਼ ਸਮਝਾਓ, ਇਹ ਕਦੇ ਪੋਸਟਰ ਵਿੱਚ ਇਹ ਕਦੇ ਸ਼ਬਦ ਲਿਖਿਆ ਤੁਸੀਂ ਸਰਬੱਤ ਖਾਲਸਾ ਪੰਥ ਨੂੰ ਆਪਣਾ ਸਾਜਨਾ ਦਿਵਸ ਵਿਸਾਖੀ ਮਨਾਉਣ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜਣ ਲਈ ਬੇਨਤੀ ਕੀਤੀ ਜਾਂਦੀ ਹੈ। ਸਰਬੱਤ ਖਾਲਸਾ ਪੰਥ ਸ਼ਬਦ ਤੁਸੀਂ ਪਹਿਲਾਂ ਵੀ ਵਰਤੇ ਰਹੇ ਹੋ ਜਾਂ ਇਸ ਵਾਰ ਹੀ ਇਹਨਾਂ ਪੋਸਟਰਾਂ ਵਿੱਚ ਆਇਆ? ਨਹੀਂ, ਇਸ ਵਾਰ ਆਇਆ ਪੋਸਟਰਾਂ ਦੇ ਵਿੱਚ, ਤੇ ਪਰ ਉਹ ਵੀ ਸਰਬੱਤ ਸੰਗਤ ਲਾ ਲਓ, ਸਰਬੱਤ ਖਾਲਸਾ ਸੰਗਤ ਲਾ ਲਓ, ਇਹ ਕਹਿ ਕੇ ਜੋ ਸੰਬੋਧਨ ਕੀਤਾ ਪੋਸਟਰ ਦੇ ਵਿੱਚ ਇਸ ਵਾਰ ਹੋਇਆਗਾ। ਪਹਿਲਾਂ ਸਰਬੱਤ ਸੰਗਤ ਚੱਬਰ ਸਾਹਿਬ ਇਹੀ ਮੈਂ ਦੁਬਿਧਾ ਨੂੰ ਸਮਝਣਾ ਚਾਹੁੰਦਾ। ਸੰਗਤ ਇਸੇ ਦੁਬਿਧਾ ਵਿੱਚ ਹੈ ਕਿ ਸਰਬੱਤ ਖਾਲਸਾ ਪੰਥ ਸੰਬੋਧਨ ਕਿਉਂ ਕੀਤਾ ਗਿਆ? ਇਹ ਨਹੀਂ ਕਹਿੰਦਾ ਕੇਪੀ ਜੀ, ਮੇਰੀ ਅੱਜ ਇਸ ਵਿਸ਼ੇ ਤੇ ਨਹੀਂ ਗੱਲ ਹੋਈ, ਨਾ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਹੋਈ ਹੈ, ਨਾ ਸਿੰਘ ਸਾਹਿਬ ਨਾਲ ਹੋਈ ਹੈ। ਮੈਂ ਤੁਹਾਨੂੰ ਦੱਸਿਆ ਸੀ ਮੈਂ ਮਲੋੜ ਤੋਂ ਚੱਲਿਆ ਸੀ, ਤਾਂ ਆਪਣੀ ਗੱਲਬਾਤ ਵੀ ਹੋਈ ਉਦੋਂ ਜੀ। ਚਲੋ ਮੈਂ ਵਾਪਸ ਆ ਜਾਊਂਗਾ ਚੱਬਰ ਸਾਹਿਬ। ਹਰਸਿਮਰਤ ਸਿੰਘ ਜੀ, ਹਾਂਜੀ, ਇਹ ਪੋਸਟਰ ਦਾ ਮਤਲਬ ਇਹ ਹੁੰਦਾ ਹੈ ਕਿ ਪ੍ਰੋਗਰਾਮ ਇਹੀ ਹੋਣਗੇ, ਇਸ ਤੋਂ ਇਲਾਵਾ ਹੋਰ ਪ੍ਰੋਗਰਾਮ ਨਹੀਂ ਹੋਣਗੇ? ਹਰਸਿਮਰਤ ਸਿੰਘ ਜੀ, ਦੇਖੋ ਕੇਪੀ ਸਿੰਘ ਜੀ, ਗੱਲ ਇਸ ਤਰ੍ਹਾਂ ਹੈ ਬਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਸਾਹਿਬ ਜਾਂ ਜੋ ਵੀ ਸਿੱਖ ਸੰਗਤਾਂ ਵੱਲੋਂ ਹਰ ਸਾਲ ਦਮਦਮਾ ਸਾਹਿਬ ਵਿਖੇ ਦੀਵਾਲੀ ਤੇ ਵਿਸਾਖੀ ਤੇ ਇਕੱਠ ਹੁੰਦਾ ਹੈ, ਉਹ ਤਾਂ ਤੁਹਾਡਾ ਕਹਿਣਾ ਠੀਕ ਹੈ ਕਿ ਹਰ ਸਾਲ ਹੁੰਦਾ ਹੈ, ਪਰ ਇਸ ਵਾਰੀ ਇਸ ਦੀ ਐਡੀ ਅਟਰੈਕਸ਼ਨ ਕਿਉਂ ਹੈ? ਕਿਉਂਕਿ ਅਸੀਂ ਵੀ ਦੇਖੋ ਪਹਿਲਾਂ ਕਾਫੀ ਸਰਬੱਤ ਖਾਲਸਾ ਬਾਰੇ ਲਿਖ ਚੁੱਕੇ ਹਾਂ, ਛਾਪ ਚੁੱਕੇ ਹਾਂ, ਕਰ ਚੁੱਕੇ ਹਾਂ, ਮੀਟਿੰਗਸ ਕਰ ਚੁੱਕੇ ਹਾਂ 2015 ਤੋਂ ਲੈ ਕੇ 2022 ਤੱਕ। ਲੇਕਿਨ ਅੱਜ ਜਦੋਂ ਇਸ ਬਾਰੇ ਅੰਮ੍ਰਿਤਪਾਲ ਸਿੰਘ ਨੇ ਆਪਣੀ ਵੀਡੀਓ ਰਾਹੀਂ ਇੱਕ ਗੱਲ ਕਹੀ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ, ਤਾਂ ਇਸ ਦਾ ਜਿਹੜਾ ਮਹੱਤਵ ਹੋਰ ਬਣ ਗਿਆ। ਇਸ ਵਾਸਤੇ ਦੁਕਾਨਾਂ ਦੇ ਵਿੱਚ ਵੀ ਔਰ ਸਾਰੀ ਸਿੱਖ ਸੰਗਤ ਦੇ ਵਿੱਚ ਵੀ ਸਾਰੇ ਜਿਹੜੇ ਫਿਕਰਮੰਦ ਸੱਜਣ ਨੇ, ਉਹਨਾਂ ਦੇ ਦਿਮਾਗ 'ਚ ਗੱਲ ਚੱਲ ਰਹੀ ਹੈ ਕਿ ਇਹ ਆਖਰ ਸਰਬੱਤ ਖਾਲਸਾ ਹੈ ਕੀ ਹੈ, ਇਸ ਦੀ ਵੀ ਇਤਿਹਾਸਕ ਵਿਰਾਸਤ ਦੀ ਇੰਸਟੀਟਿਊਸ਼ਨਲ ਜਿਹੜੀ ਇੰਪੋਰਟੈਂਸ ਕੀ ਹੈ, ਸਿਧਾਂਤਕ ਇੰਪੋਰਟੈਂਸ ਕੀ ਹੈ, ਇਹਦੀ ਲੋੜ ਕੀ ਹੈ, ਮਤਲਬ ਕਿਹਨਾਂ ਹਾਲਾਤ ਦੇ ਵਿੱਚ ਇਤਿਹਾਸ ਵਿੱਚ ਹੁੰਦਾ ਰਿਹਾ ਹੈ। ਕਿਉਂਕਿ ਸਭ ਤੋਂ ਪਹਿਲਾਂ ਹਰਸਿਮਰਤ ਜੀ, ਮੈਂ ਸਿੱਧਾ ਪੁਆਇੰਟ ਤੇ ਹੋਣਾ ਚਾਹੁੰਦਾ। ਹਰਸਿਮਰਤ ਸਿੰਘ ਜੀ, ਜਦੋਂ ਕੌਮ ਵੰਡੀ ਹੋਈ ਮਹਿਸੂਸ ਕਰਦੀ ਹੈ ਉਦੋਂ ਸਰਬੱਤ ਖਾਲਸਾ ਸੱਦਿਆ ਜਾਂਦਾ ਸਰ? ਹਰਸਿਮਰਤ ਸਿੰਘ ਜੀ, ਨਹੀਂ, ਗੱਲ ਸੁਣੇ, ਮੇਰੀ ਜਿਹੜੀ ਗੱਲ ਕਹਿ ਰਿਹਾ ਵੀ ਸਰਬੱਤ ਖਾਲਸਾ ਨੂੰ ਸਰਬੱਤਰ ਲੋਕ ਇਕੱਠੇ ਹੋ ਕੇ, ਇਕੱਤਰ ਹੋ ਕੇ ਜੋ ਵੀ ਦੁਬਿਧਾ ਹੁੰਦੀ ਹੈ, ਕਿਉਂਕਿ ਸਿਧਾਂਤਕ ਆਧਾਰ ਇਹ ਹੈ, ਦੁਬਿਧਾ ਦੂਰ ਕਰੋ ਲਿਵ ਲਾਏ। ਜਦੋਂ ਦੁਬਿਧਾ ਦੂਰ ਕਰਨ ਵਾਸਤੇ ਲਿਵ ਲਾ ਕੇ ਗੁਰੂ ਦੀ ਲਿਵ ਦੇ ਵਿੱਚ ਔਰ ਇਤਿਹਾਸ ਦੀ ਲਿਵ ਦੇ ਵਿੱਚ ਅਸੀਂ ਕੋਈ ਮਿਲ ਕੇ ਬੈਠਦੇ ਹਾਂ, ਮਨ ਬਚਨ ਔਰ ਕਰਮ ਕਰਕੇ, ਤਾਂ ਉਹ ਸਰਬੱਤ ਖਾਲਸੇ ਦੀ ਭਾਵਨਾ ਅਨੁਸਾਰ ਸਾਹਮਣੇ ਆਉਂਦੀ ਗੱਲ। ਲੇਕਿਨ ਸਵਾਲ ਇਹ ਹੈ ਵੀ ਜੇਕਰ ਦੁਬਿਧਾ ਦੂਰ ਕਰਨ ਵਾਸਤੇ ਅਸੀਂ ਸਰਬੱਤ ਖਾਲਸਾ ਜਦ ਮਿਲ ਕੇ ਬੈਠਣਾ ਹੈ, ਤੇ ਜੇਕਰ ਦੁਬਿਧਾ ਹੋਰ ਖੜੀ ਹੋ ਜਾਏ ਜਾਂ ਦੁਬਿਧਾ ਦੂਰ ਨਾ ਹੋਵੇ, ਤਾਂ ਉਸ ਇਕੱਤਰਤਾ ਦਾ ਜਾਂ ਉਸ ਮਿਲ ਬੈਠਣ ਦਾ ਕੀ ਫਾਇਦਾ? ਸਰਬੱਤ ਖਾਲਸਾ ਦੀ ਆਪਣੀ ਇੱਕ ਮਰਿਆਦਾ ਹੈ, ਆਪਣਾ ਇੱਕ ਸਿਧਾਂਤ ਹੈ, ਆਪਣਾ ਇੱਕ ਇਹਦੀ ਮਾਹੌਲ ਹੈ, ਔਰ ਇਸ ਦੇ ਵਿੱਚ ਜਦੋਂ ਕਿ ਸਾਰਾ ਕੁਝ ਇਤਿਹਾਸ ਵਿੱਚ ਵਾਪਰ ਰਿਹਾ ਹੈ, ਉਹਦੇ 'ਚ ਇਹ ਗੱਲਾਂ ਅਗਰ ਸਾਹਮਣੇ ਆਉਂਦੀਆਂ ਨੇ, ਸਰਬੱਤ ਖਾਲਸਾ ਇੱਕ ਨਿਯਮ ਵੱਧ ਤਰੀਕੇ ਨਾਲ ਹੋਣਾ ਚਾਹੀਦਾ ਹੈ ਔਰ ਉਹ ਕੌਮ ਦੇ ਇਸ਼ੂਜ਼ ਨੂੰ ਐਡਰੈਸ ਕਰਨਾ ਚਾਹੀਦਾ ਹੈ। ਜਿਵੇਂ ਚੱਬਰ ਸਾਹਿਬ ਕਹਿ ਰਹੇ ਨੇ, ਮੈਨੂੰ ਬੜੀ ਹੈਰਾਨਗੀ ਦੀ ਗੱਲ ਹੈ ਵੀ ਇੱਕ ਤਾਂ ਉਹ 7 ਤਰੀਕ ਨੂੰ ਜਿਹੜੇ ਸਾਡੇ ਪੰਥਕ ਪੱਤਰਕਾਰ ਉਹਨਾਂ ਦਾ ਸੰਮੇਲਨ ਸੱਦ ਰਹੇ ਨੇ ਉਸ ਸਮੱਸਿਆ ਨੂੰ ਡਿਸਕਸ ਕਰਨ ਵਾਸਤੇ, ਤੇ ਜਿਹੜੀ ਇਹ ਗੱਲ ਅੱਜ 12 ਤੋਂ 15 ਤਰੀਕ ਤੱਕ ਦੇ ਗੁਰਮਤਿ ਸਮਾਗਮ ਦੀ ਰੂਪਰੇਖਾ ਚੱਬਰ ਸਾਹਿਬ ਦੱਸ ਰਹੇ ਨੇ, ਉਹ ਤਾਂ ਆਮ ਸਧਾਰਨ ਹੈ, ਕਵੀ ਦਰਬਾਰ ਹੋ ਗਏ, ਕਥਾਵਾਚਕ ਦਰਬਾਰ ਹੋ ਗਏ, ਤੇ ਉਹ ਸਾਰਾ ਕੁਝ ਹੋ ਗਿਆ। ਸਵਾਲ ਹੈ ਵੀ ਉੱਥੇ ਪੰਥਕ ਦੇ ਇਸ਼ੂਜ਼ ਕਿਹੜੇ ਡਿਸਕਸ ਕੀਤੇ ਜਾਣਗੇ? ਅਗਰ ਇਸ ਬਾਰੇ ਕੋਈ ਸਰਬੱਤ ਖਾਲਸਾ ਜਾਂ ਇਸ ਸਮੇਂ ਜਾਂ ਹੋਰ ਉਸ ਤੋਂ ਪਹਿਲਾਂ ਅਗਰ ਬੁਲਾਏ ਜਾਂਦੇ ਨੇ ਜਾਂ ਅੱਗੇ ਬੁਲਾਉਣ ਦਾ ਕੋਈ ਇਹਦਾ ਸਿੰਘ ਸਾਹਿਬ ਦੇ ਕੋਲ ਕੋਈ ਪਲਾਨ ਹੈ, ਕੋਈ ਰੋਡ ਮੈਪ ਹੈ, ਦੱਸਣ ਉਹ, ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਡਿਸਕਸ ਕਰ ਸਕੀਏ। ਨਹੀਂ ਤਾਂ ਇਹ ਜਿਹੜੀ ਗੱਲ ਦੇਖੋ 2015 ਦੇ ਵਿੱਚ ਵੀ ਇੱਕ ਸੈਕਸ਼ਨ ਨੇ। ਨਹੀਂ ਹਰਸਿਮਰਤ ਜੀ, ਹੁਣ ਤਾਂ ਦੁਬਿਧਾ ਦੂਰ ਕਰਤੀ ਨਾ, ਵੀ ਆਹੀ ਸਮਾਗਮ ਹੋਣੇ ਜਿਹੜੇ ਸਾਲਾਨਾ ਜੋੜ ਮਿਲ ਤੇ ਪਹਿਲਾਂ ਹੁੰਦੇ ਆ, ਹੁਣ ਵੀ ਇਹੀ ਹੋਣੇ ਆ, ਹੁਣ ਦੁਬਿਧਾ ਕਾਹਦੀ ਰਹਿ ਗਈ? ਨਹੀਂ, ਇੱਕ ਮਿੰਟ ਹਰਸਿਮਰਤ ਸਰ ਸੁਣ ਤਾਂ ਲਓ ਨਾ, ਕਿ ਜੈਦਰ ਸਾਹਿਬ ਆਦੇ ਮੂੰਹੋਂ ਕਹਿਣ ਵੀ ਸਰਬੱਤ ਖਾਲਸਾ ਮੈਂ ਨਹੀਂ ਸੱਦਣਾ, ਫਿਰ ਤੁਸੀਂ ਵਿਰੋਧ ਦਾ ਝੰਡਾ ਚੱਕੋ, ਇਹ ਚਾਹੁੰਦੇ ਹੋ ਤੁਸੀਂ? ਨਹੀਂ, ਵਿਰੋਧ ਝੰਡਾ ਬਿਲਕੁਲ ਨਹੀਂ ਚੱਕਣਾ। ਮੇਰੀ ਬੇਨਤੀ ਸੁਣ ਲਓ। ਹਾਂ, ਬੋਲੋ। ਜਥੇਦਾਰ ਅਕਾਲ ਤਖਤ ਸਾਹਿਬ ਇਜ਼ ਦਾ ਓਨਲੀ ਆਥੋਰਾਈਜ਼ਡ ਪਰਸਨ ਟੂ ਕਾਲ ਏ ਸਰਬੱਤ ਖਾਲਸਾ। ਸਵਾਲ ਹੈ ਵੀ ਕਦੋਂ ਤੇ ਕਿਸ ਵਿਸ਼ੇ ਤੇ ਡਿਸਕਸ ਹੋਏਗਾ, ਮੁੱਦਾ ਇਹ ਹੈ। ਚਲੋ ਮੈਂ ਵਾਪਸ ਆ ਜਾਣਾ ਸਰ, ਮੈਂ ਇੱਕ ਬ੍ਰੇਕ ਲਵਾਂ।
ਕੀਤਾ ਜਾਏਗਾ। ਮੈਂ ਵਾਪਸ ਕਿਸੇ ਆਇਆ ਨੂੰ ਦੇਖੋ 1995 ਚ ਵਿਸ਼ਵ ਸਿੱਖ ਸੰਮੇਲਨ ਹੋਇਆ ਸੀ, ਚਲੋ ਮੈਂ ਉਹ ਸਰਬੱਤ ਖਾਲਸਾ ਦੀ ਮੂਲ ਇੱਕ ਰੂਪ ਨੂੰ ਭਾਵਨਾ ਨੂੰ ਪ੍ਰਗਟ ਕਰਦਾ। ठीक है सर, मैं ब्रेक ले ला, मैं ब्रेक तो वापस होना सर, वापस होना विसाखी सरबत खालसा ते दुबदा साडा सवाल है वापस आ रहे हैं। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਸਰਬੱਤ ਖਾਲਸਾ ਦੀ ਮੰਗ ਵਿਚਾਲੇ ਤਖਤ ਸ੍ਰੀ ਦਮਦਮਾ ਸਾਹਿਬ 'ਚ ਵਿਸਾਖੀ ਮੌਕੇ ਉਲੀਕੇ ਪ੍ਰੋਗਰਾਮਾਂ ਦੇ ਮਾਇਨੇ ਕੀ। ਅਮਰ ਸਿੰਘ ਚਾਲ ਜੀ, ਚਾਲ ਸਾਹਿਬ, ਜਹੇਦਾਰ ਸਾਹਿਬ ਨੇ ਅਸਿੱਧੇ ਸ਼ਬਦਾਂ ਵਿੱਚ ਇਹ ਸੰਕੇਤ ਦਿੱਤੇ ਹੈ ਕਿ ਸਰਬੱਤ ਖਾਲਸਾ ਦੀ ਸੰਭਾਵਨਾ ਜਿਹੜੀ ਉਹ ਜ਼ਿਆਦਾ ਨਹੀਂ ਹੈਗੀ, ਜਾਂ ਸਾਨੂੰ ਇਹੋ ਜਿਹਾ ਕੁਝ ਸਮਝ ਆ ਰਿਹਾ, ਜਾਂ ਸਾਨੂੰ ਕਰੈਕਟ ਕਰ ਦਿਓ ਚਾਲ ਸਾਹਿਬ। ਬੇਨਤੀ ਹੈ ਵੀ ਇਹਦੇ ਤੋਂ ਜੋ ਉਹਨਾਂ ਨੇ ਆਪਣਾ ਪ੍ਰੋਗਰਾਮ ਦਿੱਤਾ ਹੈ ਉਸ ਤੋਂ ਸਾਫ਼ ਹੋ ਜਾਂਦਾ ਵੀ ਸਰਬੱਤ ਖਾਲਸਾ ਨਹੀਂ ਬੁਲਾਇਆ ਜਾ ਰਿਹਾ। ਪਰ ਇਹ ਸਭ ਤੋਂ ਚੰਗਾ ਹੁੰਦਾ ਜਥੇਦਾਰ ਸਾਹਿਬ ਹਰਪ੍ਰੀਤ ਸਿੰਘ ਦੀ, ਭਾਵੇਂ ਉਹ ਕਿਸੇ ਸਿਸਟਮ ਦੇ ਵਿੱਚ ਕੰਮ ਕਰ ਰਹੇ ਨੇ, ਉਹ ਜੇ ਬਹੁਤ ਸਪਸ਼ਟ ਲਫ਼ਜ਼ਾਂ 'ਚ ਕਹਿ ਦਿੰਦੇ ਕਿ ਜੀ ਅਸੀਂ ਸਰਬੱਤ ਖਾਲਸਾ ਕੋਈ ਨਹੀਂ ਬੁਲਾਉਣਾ, ਤੇ ਮੇਰੇ ਖਿਆਲ ਦੁਬਦਾ ਪੈਣੀ ਨਹੀਂ ਸੀ। ਸੋ ਦੁਬਦਾ ਜਿਹੜੀ ਹੈ ਕੁਝ ਦਿਨਾਂ ਲਈ ਵੀ ਜਿਹੜੀ ਹੈ ਇਹ ਵੀ ਨਾ ਹੁੰਦੀ ਤਾਂ ਬਹੁਤ ਚੰਗਾ ਸੀ। ਪੰਥ ਤਾਂ ਅੱਗੇ ਹੀ ਸਾਰੀਆਂ ਦੁਬਦਾ 'ਚ ਫਸਿਆ, ਇੱਕ ਹੋਰ ਨਵੀਂ ਦੁਬਦਾ ਪਾ ਦਿੱਤੀ ਵੀ ਜਿਹੜਾ ਸਰਬੱਤ ਖਾਲਸਾ ਵਿਸਾਖੀ ਵਾਲੇ ਦਿਨ ਹੋਣਾ ਕਿ ਨਹੀਂ ਹੋਣਾ। ਇਹਦਾ ਮਤਲਬ ਵਿਸਾਖੀ ਤੱਕ ਅਸੀਂ ਜਿਹੜਾ ਭੰਬਲ ਭੂਸੇ 'ਚ ਪੈ ਰਹੇ ਹਾਂ। ਉਹਨਾਂ ਨੂੰ ਜਿਹੜਾ ਇਨਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ, ਉਹਨਾਂ ਨੇ ਆਪਣੇ ਵੇ ਨਾਲ ਕੀਤੀ, ਜਿਹਦੇ ਨਾਲ ਬਹੁਤੇ ਲੋਕਾਂ ਨੂੰ ਇਹਦਾ ਸਮਝਣ ਤੋਂ ਬਾਹਰ ਹੋ ਗਿਆ ਵੀ ਉਹ ਅਟਕਲ ਪੱਚੂ 'ਚ ਲਈ ਫਿਰਦੇ ਨੇ ਵੀ ਹੋ ਸਕਦਾ ਜੀ ਸਰਬੱਤ ਖਾਲਸਾ ਹੋ ਜੇ। ਉਹ ਤੇ ਜਿੱਦਣ ਉਹਨਾਂ ਨੇ ਪਰਚਾ ਕੱਢਿਆ ਸੀ, ਜੇ ਉਹ ਸਿੱਧੇ ਲਫ਼ਜ਼ਾਂ 'ਚ ਕਹਿ ਦਿੰਦੇ ਵੀ ਸਰਬੱਤ ਖਾਲਸਾ ਨਹੀਂ ਕਰਨਾ, ਤੇ ਫਿਰ ਮੇਰੇ ਖਿਆਲ ਉਹਨਾਂ ਨੂੰ ਕੋਈ ਸ਼ੋਭਾ ਵੀ ਮਿਲਦੀ। ਉਹਨਾਂ ਨੇ ਪੰਥ ਦੇ ਵਿੱਚ ਦੁਬਦਾ ਪਾਈ ਏ, ਉਹ ਜਿਹੜਾ ਪਹਿਲਾ ਉਹਨਾਂ ਦਾ ਕਿਰਦਾਰ ਹੈ ਉਹਦੇ ਤੇ ਹੋਰ ਥੋੜਾ ਜਿਹਾ ਦਾਗ ਲੱਗ ਗਿਆ ਜੀ, ਮਾੜੀ ਗੱਲ ਹੈ ਜੀ। ਨਹੀਂ ਚਾਲ ਸਾਹਿਬ ਇਦਾਂ ਵੀ ਹੋ ਸਕਦਾ ਨਾ ਕਿ ਜਿਹੜੇ ਅੰਮ੍ਰਿਤਪਾਲ ਦੇ ਹਮਾਇਤੀ ਆ, ਜਾਂ ਤੁਸੀਂ ਵੀ ਉਹਨਾਂ ਦੇ ਹਮਾਇਤੀ ਹੋਵੋਗੇ ਅੰਮ੍ਰਿਤਪਾਲ ਹੋਰਾਂ ਦੇ, ਜੇ ਉਹਨਾਂ ਦੇ ਹਮਾਇਤੀਆਂ ਨੂੰ ਵੀ ਨਾਰਾਜ਼ ਨਹੀਂ ਕਰਨਾ ਤੇ ਜਿਹੜੇ ਅੰਮ੍ਰਿਤਪਾਲ ਦੇ ਵਿਰੋਧੀ ਉਹਨਾਂ ਨੂੰ ਵੀ ਨਾਰਾਜ਼ ਨਹੀਂ ਕਰਨਾ, ਤੇ ਅੰਮ੍ਰਿਤਪਾਲ ਨੂੰ ਵੀ ਇਹ ਸੰਕੇਤ ਦੇਣਾ ਕਿ ਭਾਈ ਕੱਲਾ ਜਾਣਾ ਤੂੰ, ਜੇ ਕੱਲਾ ਜਾਣਾ ਤੂੰ ਡਿਮਾਂਡ ਕਰਦਾ, ਤੇਰੀ ਨਿੱਜੀ ਡਿਮਾਂਡ ਹੋ ਸਕਦੀ ਆ, ਅਸੀਂ ਤਾਂ ਨਹੀਂ ਮੰਨਣੀ, ਇਹ ਵੀ ਹੋ ਸਕਦਾ ਸੰਕੇਤ ਸਰ ਚਾਲ ਸਾਹਿਬ। ਦੇਖੋ ਦੋ ਨੇ ਦੁਬਦਾ ਦੂਰ ਕਰਨੀ ਹੈ ਕਿ ਇੱਕ ਧਿਰ ਨੂੰ ਨਾਰਾਜ਼ ਕਰਨਾ ਚਾਹੇ ਖੁਸ਼ ਕਰਨਾ ਹੈ। ਨਾਰਾਜ਼ਗੀ ਤੇ ਫਿਰ ਵੀ ਰਹਿ ਜਾਣੀ ਹੈ। ਜਿਸ ਧਿਰ ਨੇ ਕਿਹਾ ਵੀ ਤੁਸੀਂ ਸਰਬੱਤ ਖਾਲਸਾ ਕਰੋ, ਨਹੀਂ ਕੀਤਾ, ਤੇ ਨਾਰਾਜ਼ਗੀ ਤਾਂ ਉਹਨਾਂ ਦੀ ਫਿਰ ਵੀ ਆ ਜਾਣੀ ਹੈ। ਨਹੀਂ ਚਾਲ ਸਾਹਿਬ ਦੁਬਦਾ ਦੂਰ ਕਰ ਦਿੰਦੀ ਚਾਲ ਸਾਹਿਬ, ਇਹਦੇ 'ਚ ਇੰਨਾ ਲੰਮਾ ਨਾ ਪੈਂਦਾ। ਚਾਲ ਸਾਹਿਬ 7 ਦਿਨ ਤਾਂ ਤੁਸੀਂ ਨਾਰਾਜ਼ ਨਹੀਂ ਹੋਵੋਗੇ ਨਾ, 7 ਦਿਨਾਂ ਬਾਅਦ ਨਾਰਾਜ਼ ਹੋ ਜਾਓਗੇ। ਜੈਦਰ ਸਾਹਿਬ ਕਹਿੰਦੇ ਚਲੋ ਠੀਕ ਹੈ। ਸਰ ਤੁਸੀਂ ਹੁਣ ਦੁਬਦਾ ਦੀ ਗੱਲ ਕਰਨੀ ਹੈ ਕਿ ਨਾਰਾਜ਼ਗੀ ਦੀ ਗੱਲ ਕਰਨੀ ਹੈ? ਤੁਸੀਂ ਸਾਨੂੰ ਇਸ ਟੌਪਿਕ ਤੇ ਲੈ ਰਹੇ ਆ ਵੀ ਦੁਬਦਾ ਹੈਗੀ ਕਿ ਨਹੀਂ ਹੈਗੀ। ਮੈਂ ਬੇਨਤੀ ਕਰ ਰਿਹਾ ਵੀ ਇਹ 7 ਦਿਨਾਂ ਦੀ ਦੁਬਦਾ ਨਹੀਂ ਸੀ ਚਾਹੀਦੀ। ਏਡੇ ਵੱਡੇ ਲੀਡਰ ਸਾਹਿਬਾਨ ਜੇ ਇਦਾਂ ਦੁਬਦਾ 'ਚ ਪੈਣ ਤੇ ਗੱਲ ਨਹੀਂ ਨਾ ਬਣਦੀ। 7 ਦਿਨ ਕਿਉਂ ਜਿਹੜੀ ਕੌਮ ਨੂੰ ਦੁਬਦਾ 'ਚ ਰੱਖਣਾ? 7 ਦਿਨਾਂ ਤੋਂ ਪਹਿਲੇ ਹੀ ਕਲੀਅਰ ਕਰ ਦਿੰਦਾ। ਚਲੋ ਮੈਂ ਇੱਕ ਸਵਾਲ, ਚਾਲ ਸਾਹਿਬ ਮੈਂ ਇੱਕ ਸਵਾਲ ਕਰ ਲਾਂ, ਇਹ ਨਹੀਂ ਕਰ ਸਕਦੇ ਸਰਬੱਤ ਖਾਲਸਾ, ਦੁਬਦਾ ਦੂਰ ਹੋ ਜਾਂਦੀ। ਚਾਲ ਸਾਹਿਬ ਮੈਂ ਇੱਕ ਸਵਾਲ ਕਰ ਲਾਂ ਸਰ, ਹੋ ਸਕਦਾ ਮੇਰਾ ਸਵਾਲ ਤੁਹਾਨੂੰ ਚੰਗਾ ਵੀ ਨਾ ਲੱਗੇ। ਕੌਮ ਦੁਬਦਾ ਵਿੱਚ ਹੈ, ਕੌਮ ਦੁਬਦਾ ਵਿੱਚ ਹੈ, ਸਿੱਖ ਜਥੇਬੰਦੀਆਂ ਦੁਬਦਾ ਵਿੱਚ ਹੈ, ਜਾਂ ਜਥੇਦਾਰ ਸਾਹਿਬ ਦੁਬਦਾ ਵਿੱਚ ਹੈ? ਸਰ ਜੀ ਕੌਮ ਜਦੋਂ ਸਾਰੀ ਆ ਗਈ ਉਹਦੇ ਵਿੱਚ ਜਥੇਬੰਦੀਆਂ ਆ ਜਾਂਦੀਆਂ। ਇਹ ਤਾਂ ਹੁਣ ਅਸੀਂ ਜਥੇਦਾਰ ਸਾਹਿਬ ਨੂੰ ਨਹੀਂ ਪੁੱਛ ਸਕਦੇ ਵੀ ਤੁਸੀਂ ਦੁਬਦਾ 'ਚ ਹੈਗੇ ਕਿ ਨਹੀਂ ਹੈਗੇ, ਲੇਕਿਨ ਉਹਨਾਂ ਨੇ ਜੋ ਹਾਲਾਤ ਪੈਦਾ ਕਰ ਦਿੱਤੇ ਨੇ, ਇਹਦੇ ਜੋ ਇਹ ਪੈਦਾ ਹੁੰਦਾ ਜਦੋਂ ਉਹਨਾਂ ਨੇ ਹਾਲਾਤ ਹੀ ਦੁਬਦਾ ਵਾਲੇ ਪੈਦਾ ਕਰ ਦਿੱਤੇ, ਤਾਂ ਮਤਲਬ ਉਹ ਆਪ ਵੀ ਦੁਬਦਾ 'ਚ ਨੇ। ਚਲੋ ਠੀਕ, ਮੈਂ ਵਾਪਸ ਆਊਂਗਾ। ਕੁਸ਼ਲਪਾਲ ਸਿੰਘ ਮਾਨ, ਤੁਸੀਂ ਐਡਾ ਸਟੈਂਡ ਕਿਉਂ ਲਈ ਬੈਠੇ ਹੋ ਕਿ ਸਰਬੱਤ ਖਾਲਸਾ ਹੋਣਾ ਹੀ ਚਾਹੀਦਾ? ਮਾਨ ਸਾਹਿਬ ਮੇਰੀ ਆਵਾਜ਼ ਆ ਰਹੀ ਤੁਹਾਡੇ ਤੱਕ? ਚਲੋ ਕੁਸ਼ਲਪਾਲ ਮਾਨ ਜੀ, ਜਦੋਂ ਤੁਹਾਡੇ ਤੱਕ ਮੇਰੀ ਆਵਾਜ਼ ਪਹੁੰਚੇ ਜਵਾਬ ਦੇ ਦਿਓ। ਅਸੀਂ ਤਾਂ ਕੋਈ ਬੋਲੋ ਮੈਨੂੰ ਤਾਂ ਆ ਰਹੀ ਹੈ ਆਵਾਜ਼। ਬੋਲੋ ਸਰ, ਬੋਲੋ। ਅਸੀਂ ਤਾਂ ਕੋਈ ਸਟੈਂਡ ਨਹੀਂ ਲਈ ਬੈਠੇ। ਗੱਲ ਇਹ ਹੈ ਕਿ ਇਹ ਜਿਹੜਾ ਇਹ ਵੇਲੇ ਦੇ ਹੁਕਮਰਾਨਾਂ ਦੇ ਨੂੰ ਖੁਸ਼ ਕਰਨ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੱਗੇ ਹੋਏ ਨੇ, ਇਹ ਕੌਮ ਨੂੰ ਲੀਡਰਸ਼ਿਪ ਨਹੀਂ ਦੇ ਰਹੇ। ਇਹ ਗੱਲ ਹੈ ਵੀ ਜੋ ਹਾਲਤ ਆਊਟਲੁੱਕ ਰਹੀ ਹੈ ਵੀ ਜੇ ਅਸੀਂ ਧਰਮ ਗੱਲ ਕਰਨੀ ਹੈ ਤਾਂ ਕਰੀ ਜਾਓ, ਤੁਹਾਨੂੰ ਕੋਈ ਕੁਛ ਨਹੀਂ
ਜੇ ਰਾਜ ਪ੍ਰਾਪਤੀ ਦੀ ਗੱਲ ਕਰਨੀ ਹੈ, ਕੋਈ ਵੀ ਆਪਣੇ ਹੱਕਾਂ ਹਕੂਕਾਂ ਦੀ ਗੱਲ ਕਰਨੀ ਹੈ, ਫਿਰ ਤੁਹਾਨੂੰ ਕੋਟੀ ਦੇ ਜਥੇਦਾਰ ਨੇ ਸਾਨੂੰ ਲੀਡਰਸ਼ਿਪ ਨਹੀਂ ਦੇਣੀ। ਫਿਰ ਤੇ ਪ੍ਰੂਵ ਕਰ ਰਹੇ ਨਾ ਕਿ ਜਿਵੇਂ ਮਸੰਦ ਕਾਬਜ਼ ਨੇ ਅੱਜ ਬਾਦਲ ਧੜਾ ਕਾਬਜ਼ ਹੋ ਕੇ ਤੇ ਇਹਨਾਂ ਕੋਲ ਹੁਣ ਤੁਹਾਡੀ ਗੱਲ ਸੁਣ ਕੇ ਕੌਮ ਦੇ ਨਾਲ ਇਹਨਾਂ ਧੱਕਾ ਕੀਤਾ ਵੇਲੇ ਦੀਆਂ ਸਰਕਾਰ ਨੇ। ਇਹ ਹੁਣ ਇਹ ਜੀ ਕਲੈਰਿਟੀ ਵੀ ਨਹੀਂ ਦੇ ਪਾ ਰਹੇ। ਇਹ ਅੱਖਰ ਦੇਖੋ ਯੂਜ਼ ਨੇ, ਤੁਹਾਡਾ ਅੱਖਰ ਯੂਜ਼ ਕਰ ਰਹੇ, ਸਰਬੱਤ ਖਾਲਸਾ ਦੇ ਇੰਸਟੀਟਿਊਸ਼ਨ ਇਹ ਖਰਾਬ ਕਰ ਰਹੇ ਨੇ। ਇਹਨਾਂ ਕੋਲ ਮੋਰਲ ਰਾਈਟ ਹੀ ਨਹੀਂ ਕੰਟੀਨਿਊ ਕਰਨ ਦਾ। ਨਾ ਇਹਨਾਂ ਦੇ ਸਰਕਾਰ ਨਾਲ ਰਲੇ ਹੋਏ, ਨਾ ਇਲੈਕਸ਼ਨ ਕਰਾਉਂਦੇ ਨੇ, 12 ਸਾਲ ਹੋ ਗਏ। ਫੇਰ ਕੌਮ ਨੂੰ ਮੋਰਚੇ ਲਾਉਣੇ ਪੈਣਗੇ, ਬਾਹਰੋਂ ਦੀ ਹੋ ਕੇ ਸਰਬੱਤ ਖਾਲਸਾ ਕਰਨਾ ਪਏਗਾ। ਫੇਰ ਇਹ ਕਹਿਣਗੇ ਜੀ ਮਤਵਾਦੀ ਜਥੇਦਾਰ ਨੇ ਇਹ ਨਾ, ਫੇਰ ਸਾਨੂੰ ਸਾਡੀਆਂ ਗ੍ਰਿਫਤਾਰੀਆਂ ਪਾਉਣਗੇ। ਸੋ ਇਹ ਜੋ ਕਰਾ ਰਹੇ ਨੇ ਇਹੀ ਕਰਵਾ ਰਹੇ ਨੇ ਨਾ ਬਾਦਲ ਦਲੀਏ। ਚਲੋ ਮੈਂ ਵਾਪਸ ਆ ਜਾਊਂਗਾ, ਤੁਹਾਡੀ ਆਵਾਜ਼ ਕੌਮ ਬਾਹਰ ਕੱਟੀ ਹੋ ਗਈ। ਇਹ ਨਾ ਹੋਵੇ ਪੰਜਾਬ ਦੀ ਧਰਤੀ ਤੋਂ ਬਾਹਰ ਸਰਬੱਤ ਖਾਲਸਾ ਕਰਨਾ ਪੈ ਜੇ ਕਿਤੇ। ਚਲੋ ਤੁਸੀਂ ਤਾਂ ਬਹੁਤ ਵੱਡੀ ਗੱਲ ਕਹਿਤੀ ਹੈ। ਬਾਹਰ ਕਿੱਥੇ ਕਰੋਗੇ, ਮੈਨੂੰ ਇਹ ਤਾਂ ਕਲੀਅਰ ਕਰ ਦਿਓ ਮਾਨ ਸਾਹਿਬ। ਮੈਨੂੰ ਨਹੀਂ ਪਤਾ, ਮੈਂ ਤਾਂ ਪੰਜਾਬ ਦੀ ਧਰਤੀ ਤੋਂ ਬਾਹਰ ਜੇ ਨਹੀਂ ਕਰਨਗੇ ਤਾਂ ਕੌਮ ਨਾਲ ਜੋ ਵਾਪਰ ਰਿਹਾ ਹੈ, ਕੌਮ ਨੂੰ ਨਹੀਂ ਤੁਸੀਂ ਮੁਲਕ ਤੋਂ ਮਾਨ ਸਾਹਿਬ ਤੁਸੀਂ ਮੁਲਕ ਤੋਂ ਬਾਹਰ ਕਰਨਾ ਚਾਹੁੰਦੇ ਹੋ ਸਰਬੱਤ ਖਾਲਸਾ, ਜਾਂ ਮੁਲਕ ਦੇ ਅੰਦਰ ਪੰਜਾਬ ਤੋਂ ਬਾਹਰ? ਪਿਛਲੇ ਨੂੰ ਰਾਜਸਥਾਨ ਜਾਣਾ ਪਿਆ ਸੀ, 16 ਦੇ ਵਿੱਚ ਕਿੱਥੇ ਗਿਆ ਜਾਣਾ ਪਿਆ ਸੀ। ਉਹ ਐਸਾ ਸਰਬੱਤ ਖਾਲਸਾ ਥੋੜਾ ਸੀਗਾ ਜੀ, ਤੁਸੀਂ ਕਿਉਂ ਮਜ਼ਾਕ ਕਰੀ ਜਾਂਦੇ ਹੋ ਸਰਬੱਤ ਖਾਲਸਾ ਇੰਸਟੀਟਿਊਸ਼ਨ ਨਾਲ? ਸਰ ਇੰਸਟੀਟਿਊਸ਼ਨ ਮਜ਼ਾਕ ਦੀ ਗੱਲ ਨਹੀਂ ਹੈ। ਜਿਹੜੇ ਇੰਸਟੀਟਿਊਸ਼ਨਾਂ ਦੇ ਕਾਬਜ਼ ਨੇ ਮਾਨ ਸਾਹਿਬ, ਚਲੋ ਸਵਾਲ ਇਹ ਤੁਸੀਂ ਦੇਖੋ ਇੰਟਰਪ੍ਰੀਟੇਸ਼ਨ ਹੋ ਸਕਦੀ ਹੈ ਸਾਰੀ ਹਰਸਿਮਰਤ ਦੀ। ਕੇਪੀਸੀ ਗੱਲ ਮੈਂ ਆ ਰਿਹਾ ਹੁਣ ਜਿਹੜਾ ਹਰਸਿਮਰਤ ਸਿੰਘ ਜੀ ਮੈਨੂੰ ਗੱਲ ਕਰ ਲੈਣ ਦਿਓ। ਬੋਲੋ। ਜਿਹੜੇ ਲੋਕ ਇਸ ਵੇਲੇ ਉਹਨਾਂ ਗੱਦੀਆਂ ਤੇ ਉਹਨਾਂ ਪੋਜੀਸ਼ਨਾਂ ਤੇ ਜੋ ਤੁਹਾਡੀ ਆਵਾਜ਼ ਬ੍ਰੇਕ ਕਰਦੀ ਵੀ ਕੁਸ਼ਲਮਾਨ ਜੀ। ਮੈਂ ਤੁਹਾਡਾ ਸਵਾਲ ਲੈ ਲੈਣਾ ਸਰ, ਮੈਂ ਤੁਹਾਡਾ ਸਵਾਲ ਲੈ ਲੈਣਾ ਚੱਬਰ ਸਾਹਿਬ ਤੋਂ। ਤੁਹਾਡੀ ਆਵਾਜ਼ ਬ੍ਰੇਕ ਕਰਦੀ ਪਈ ਹੈ ਮਾਨ ਸਾਹਿਬ, ਤੁਹਾਡੀ ਆਵਾਜ਼ ਬ੍ਰੇਕ ਕਰਦੀ ਪਈ। 1 ਮਿੰਟ ਹੁਣ ਰੁਕ ਜਾਓ। ਠੀਕ ਹੈ, ਲੈ ਲਓ। ਹਾਂ ਚੱਬਰ ਸਾਹਿਬ, ਇਹ ਤਾਂ ਕਹਿ ਰਹੇ ਆ ਕਿ ਤੁਹਾਡਾ ਜਿਹੜਾ ਦਲ ਹੈ ਸ਼੍ਰੋਮਣੀ ਅਕਾਲੀ ਦਲ, ਉਹ ਬਾਦਲ ਦਲੀਆ ਕਹਿ ਕੇ ਸੰਬੋਧਨ ਕਰ ਰਹੇ ਆ, ਬਾਦਲ ਧੜਾ ਕਹਿ ਕੇ ਸੰਬੋਧਨ ਕਰ ਰਹੇ ਆ। ਚੱਬਰ ਸਾਹਿਬ ਕਹਿੰਦੇ ਉਹ ਜਥੇਦਾਰ ਸਾਹਿਬ ਨੂੰ ਰੋਕੀ ਬੈਠੇ ਆ। ਚੱਬਰ ਸਾਹਿਬ ਏਪੀ ਜੀ, ਬੜੇ ਅਫਸੋਸ ਦੀ ਗੱਲ ਹੈ, ਕੁਸ਼ਲਪਾਲ ਸਿੰਘ ਮਾਨ ਸਾਹਿਬ ਦੀਆਂ ਮੈਂ ਗੱਲਾਂ ਸੁਣੀਆਂ ਨੇ। ਅੱਜ ਜੇ ਕਿਤੇ ਅੰਮ੍ਰਿਤਪਾਲ ਸਿੰਘ ਵੀ ਸੁਣਦਾ ਹੋ ਇਹਨਾਂ ਦੀਆਂ ਗੱਲਾਂ ਤਾਂ ਉਹ ਆਪਣੇ ਵੱਲ ਸੋਚਦਾ ਹੋ ਵੀ ਜਿਹੜੀ ਜਥੇਬੰਦੀ ਨੂੰ ਮੈਂ ਇਹ ਕਿਹਾ ਸੀ ਕਿ ਮੈਂ ਅਕਾਲੀ ਦਲ ਅੰਮ੍ਰਿਤਸਰ ਦਾ ਧਾਰਮਿਕ ਵਿੰਗ ਹੈ, ਵਹੀਰ ਪ੍ਰਚਾਰ ਹੈ, ਤੇ ਸਾਡਾ ਅਕਾਲੀ ਦਲ ਅੰਮ੍ਰਿਤਸਰ ਸਿਆਸੀ ਵਿੰਗ ਹੈ। ਪਰ ਬੜਾ ਦੁੱਖ, ਬੜਾ ਅਫਸੋਸ, 18 ਤਰੀਕ ਤੋਂ ਲੈ ਕੇ ਅੱਜ ਤੱਕ ਮੈਂ ਸਮਝਦਾ ਮੈਨੂੰ ਨਜ਼ਰ ਨਹੀਂ ਆਇਆ ਵੀ ਕਿੱਥੇ ਜਾ ਕੇ ਗ੍ਰਿਫਤਾਰੀਆਂ ਦੇਤੀਆਂ, ਕਿਹੜੀ ਰੋਡ ਜਾਮ ਕਰਤੀ। ਜਿਹੜੇ ਸਟੇਜਾਂ ਸਾਂਝੀਆਂ ਕਰਦੇ ਸੀ ਅੰਮ੍ਰਿਤਪਾਲ ਨਾਲ, ਜਾਂ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਸਟੇਜਾਂ ਤੇ ਸਮੂਲੀਅਤ ਕਰਕੇ ਇਹ ਸ਼ੋਅ ਕਰਦੇ ਸੀ ਕਿ ਅੰਮ੍ਰਿਤਪਾਲ ਸਿੰਘ ਸਾਡੇ ਨਾਲ ਹੈ, ਅਸੀਂ ਇਹਨਾਂ ਨਾਲ ਹੈ। ਪਰ ਦੁੱਖ ਅਫਸੋਸ ਅੱਜ ਤੱਕ ਤੁਸੀਂ ਵੇਖਿਆ ਹੋਣਾ ਕੇਪੀ ਜੀ, ਨਿੱਕੇ ਮਸਲੇ ਤੇ ਜੇ ਜ਼ਮੀਨ ਬੀਤੀ ਲੈਣ ਤਾਰਾਂ ਦੀ ਨਿਕਲਦੀ ਹੈ, ਉੱਥੇ ਤਾਂ ਸੜਕਾਂ ਜਾਮ ਕੀਤੀਆਂ ਜਾ ਸਕਦੀਆਂ ਜਾਂ ਹੋਰ। ਜੋ ਭਾਈ ਅੰਮ੍ਰਿਤਪਾਲ ਸਿੰਘ ਤੇ ਸਿੱਖ ਕੌਮ ਤੇ ਐਡੀ ਵੱਡੀ ਭਾਰਤੀ ਸਟੇਟ ਵੱਲੋਂ, ਭਾਰਤੀ ਹਕੂਮਤ ਵੱਲੋਂ, ਪੰਜਾਬ ਸਰਕਾਰ ਵੱਲੋਂ ਐਡਾ ਕੌਮ ਤੇ ਅੰਮ੍ਰਿਤਪਾਲ ਦੇ ਜ਼ਰੀਏ ਹਮਲਾ ਕੀਤਾ ਗਿਆ, ਤਾਂ ਜੇ ਸਭ ਤੋਂ ਪਹਿਲਾਂ ਸਿੱਖ ਕੌਮ ਦੇ ਮੁਖੀ ਹੋਣ ਦੇ ਨਾਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀਆਂ ਨੇ ਮੀਟਿੰਗ ਬੁਲਾਈ, ਇਕੱਠ ਬੁਲਾਇਆ, ਐਕਸ਼ਨ ਲਿਆ, ਸਰਕਾਰ ਨੂੰ ਤਾੜਨਾ ਕੀਤੀ ਕਿ ਸਾਡੇ ਬੇਕਸੂਰ ਨੌਜਵਾਨਾਂ ਨੂੰ ਰਿਹਾ ਕਰੋ, NSA ਹਟਾਓ। ਉਸ ਦਿਨ ਤੋਂ ਲੈ ਕੇ ਕੇਪੀ ਜੀ, ਜਿਸ ਦਿਨ ਤੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਬੋਲੇ ਨੇ, ਸਿੱਖ ਕੌਮ ਦੀ ਆਵਾਜ਼ ਦੁਨੀਆ 'ਚ ਪਹੁੰਚਾਈ ਹੈ, ਸਰਕਾਰਾਂ ਨੂੰ ਤਾੜਨਾ ਕੀਤੀ ਹੈ, ਬੜਾ ਦੁੱਖ ਤੇ ਅਫਸੋਸ ਆਉਂਦਾ ਟੀਵੀ ਤੇ, ਫੇਸਬੁੱਕ ਤੇ, ਸੋਸ਼ਲ ਮੀਡੀਆ ਤੇ ਇਹ ਲੋਕਾਂ ਵੱਲੋਂ। ਕਿੱਥੇ ਜਿਸ ਤਰ੍ਹਾਂ ਬੀਜੇਪੀ, ਆਮ ਆਦਮੀ, ਕਾਂਗਰਸ ਇਕੱਠੇ ਹੋ ਕੇ ਸਿੱਖਾਂ ਨੂੰ ਕੁੱਟਣ ਲੱਗੇ ਹੈ, ਇਕੱਠੇ ਹੋ ਕੇ ਬੋਲਣਾ ਸੀ, ਪਰ ਇਹ ਲੋਕਾਂ ਨੇ ਸਰਕਾਰ ਨੂੰ, ਪੰਜਾਬ ਸਰਕਾਰ, ਭਾਰਤ ਸਰਕਾਰ ਨੂੰ
ਕਟਹਿਰੇ 'ਚ ਖੜਾ ਕਰਨ ਦੀ ਬਜਾਏ ਜੋ ਭਾਈ ਅਮਰਤਪਾਲ ਸਿੰਘ ਜਾਂ ਸਿੱਖ ਕੌਮ ਦੇ ਹੱਕ ਦੇ ਵਿੱਚ ਜਥੇਦਾਰ ਸਾਹਿਬਾਨ ਨੇ ਹਾਂ ਦਾ ਨਾਰਾ ਮਾਰਿਆ ਕੌਮ ਬੁਲਾਈ ਹੈ, ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਟਾਰਗੇਟ ਕਰ ਰਹੇ ਹੈ। ਨਹੀਂ ਇੱਕ ਮਿੰਟ ਚੱਬਰ ਸਾਹਿਬ ਇੱਕ ਮਿੰਟ ਸੁਣ ਤਾਂ ਲਓ। ਚੱਬਰ ਸਾਹਿਬ ਤੁਸੀਂ ਬੜਾ ਲੰਬਾ ਬੋਲ ਗਏ। ਚੱਬਰ ਸਾਹਿਬ ਬੜਾ ਲੰਬਾ ਬੋਲੇ। ਇੱਕ ਸਵਾਲ ਲੈ ਲਓ ਸਰ। ਚੱਬਰ ਸਾਹਿਬ ਇੱਕ ਸਵਾਲ ਲੈ ਲਓ ਸਰ। ਲੋਕਾਂ ਤੋਂ ਬੁਲਾ ਰਹੀ ਹੈ ਚੱਬਰ ਸਾਹਿਬ ਕੌਮ ਦੇ ਹੱਕ 'ਚ ਬੋਲੂਗਾ ਤਾਂ ਇਸੇ ਤਰ੍ਹਾਂ ਹੱਲਾ ਮਚਾ ਕੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰ ਦੇਗਾ। ਚੱਬਰ ਸਾਹਿਬ ਇੱਕ ਸਵਾਲ ਲੈ ਲਓ। ਚੱਬਰ ਸਾਹਿਬ, ਕੀ ਜਥੇਦਾਰ ਸਾਹਿਬ ਨੂੰ ਇਹ ਸਟੈਂਡ ਸਪਸ਼ਟ ਨਹੀਂ ਕਰ ਦੇਣਾ ਚਾਹੀਦਾ ਕਿ ਸਰਬੱਤ ਖਾਲਸਾ ਨਹੀਂ ਸੱਦਿਆ ਜਾ ਸਕਦਾ? ਭਾਈ ਆਹ ਕਾਰਨ ਹੈ, ਇਸ ਕਰਕੇ ਨਹੀਂ ਸੱਦ ਰਹੇ, ਗੱਲ ਖਤਮ ਹੋ ਗਈ। ਏਪੀ ਜੀ ਜਥੇਦਾਰ ਸਾਹਿਬਾਨ ਨੇ ਸਰਬੱਤ ਖਾਲਸੇ ਦੀ ਕਿਤੇ ਗੱਲ ਹੀ ਨਹੀਂ ਕੀਤੀ। ਤਾਂ ਮੀਟਿੰਗ ਬੁਲਾਈ ਹੈ ਅਕਾਲ ਤਖਤ ਸਾਹਿਬ ਤੇ, ਉੱਥੇ ਮੀਟਿੰਗ ਹੋ ਕੇ ਪ੍ਰੋਗਰਾਮ ਦੇ ਐਲਾਨ ਕੀ ਜੋ ਦੱਸਿਆਗਾ, ਸਿੰਘ ਸਾਹਿਬ ਨੇ ਸਰਬੱਤ ਖਾਲਸੇ ਦੀ ਗੱਲ ਹੀ ਨਹੀਂ ਕੀਤੀ। ਠੀਕ ਹੈ, ਭਾਈ ਅਮਰਤਪਾਲ ਸਿੰਘ ਨੇ ਆਪਣੇ ਵਿਚਾਰ ਰੱਖੇ ਹੈ ਤੇ ਉਸ ਤੋਂ ਬਾਅਦ ਕਿੰਨੇ ਜੇ ਇਸ ਤਰ੍ਹਾਂ ਕੱਲੇ ਦਾ ਸਪਸ਼ਟੀਕਰਨ ਦੇਣ ਲੱਗ ਜਾਈਏ, ਤੁਸੀਂ ਵੇਖੋ ਕੱਲੇ ਫੇਸਬੁੱਕ ਤੇ ਕਿੰਨਿਆਂ ਨੇ ਨਵੇਂ ਸਵਾਲ ਖੜੇ ਕੀਤੇ ਐ, ਆਹ ਕਰੋ ਆਹ ਨਾ ਕਰੋ। ਫਿਰ ਸਿੰਘ ਸਾਹਿਬ ਜਦੋਂ ਪ੍ਰੈਸ ਵਾਰਤਾ ਹੋਊ, ਪ੍ਰੈਸ ਨਾਲ ਗੱਲਬਾਤ ਹੋਊ, ਉਦੋਂ ਵਿਚਾਰਿਆ ਜੋ ਪ੍ਰੈਸ ਪੁੱਛੂਗੀ। ਚਲੋ ਠੀਕ ਹੈ। ਇੱਕ ਛੋਟਾ ਸਾਹਿਬ ਤੋਂ ਉਸ ਤੋਂ ਬਾਅਦ ਕੋਈ ਮੀਟਿੰਗ ਨਹੀਂ ਕੀਤੀ, ਕੋਈ ਪ੍ਰੈਸ ਦਾ ਕੱਲ ਦੀ ਪ੍ਰੋਗਰਾਮ ਹੈਗਾਗਾ, ਉੱਥੇ ਵੇਖੋ ਜੇ ਪ੍ਰੈਸ ਮਿਲੂ ਤਾਂ ਗੱਲ ਹੋ ਜੂ। ਚਲੋ ਇੱਕ ਛੋਟਾ ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਹੋਣੇ। ਸਵਾਲ ਬਹੁਤ ਸਾਰੇ ਹੈ, ਦੁविधा दूर होनी चाहिए है। वापस आ रहे एक बार फिर तुहाडा स्वागत करते हैं। तो बड़ा सवाल असीं पुछना, सरबत खालसा की मंग विचाले तख्त श्री दमदमा साहिब च विसाखी मौके उलीके प्रोग्रामां दे मायने की है। हरसिमरत सिंह जी सर, तुसीं अपनी स्थिति स्पष्ट कर सकते हो कि सरबत खालसा सद्दिया जाना चाहिए इन्हां हालातां विच जां नहीं, हाँ या ना? नहीं, इन्हां हालात नहीं सद्दिया जाना चाहिए जी। चलो ठीक है, तुसीं अपनी स्थिति स्पष्ट की। मेरा सवाल है हरसिमरत सिंह जी, सरबत खालसा नूं साडी जथेबंदियां ने इस तरीके ले लिया कि भाई जो मर्जी सद लो, ਅਸੀਂ ਬਾਹਰ ਸੱਦ ਲਾਂਗੇ। ਇਹਨਾਂ ਨੇ ਕੁਸ਼ਲਪਾਲ ਮਾਨਹਾਰਾ ਨੇ ਵੀ ਹੁਣੇ ਕਿਹਾ ਕਿ ਅਸੀਂ ਫਿਰ ਸਾਨੂੰ ਮਜਬੂਰ ਕਰੋਗੇ ਪੰਜਾਬ ਤੋਂ ਬਾਹਰ ਸੱਦਣ ਵਾਸਤੇ। ਦੇਖੋ ਚੇਪੀ ਜੀ, ਇਹ ਬੜੀਆਂ ਹਾਸੇ ਵਾਲੀਆਂ ਗੱਲਾਂ ਨੇ ਇਹਨਾਂ ਦੀਆਂ। ਸਰਬਤ ਖਾਲਸਾ ਇੱਕ ਆਪਣੇ ਆਪ ਚ ਪਵਿੱਤਰ ਇੰਸਟੀਟਿਊਸ਼ਨ ਹੈ। ਠੀਕ ਹੈ, 1805 ਤੋਂ ਲੈ ਕੇ 181 ਸਾਲ ਦੇ ਵਕਫੇ ਤੋਂ ਬਾਅਦ 1986 ਸਰਬਤ ਖਾਲਸਾ ਹੋਇਆ ਸੀ। ਉਸ ਤੋਂ ਬਾਅਦ 2015 ਚ ਹੋਇਆ। ਲੇਕਿਨ ਸਵਾਲ ਇਹ ਹੈ ਕਿ ਸਰਬਤ ਖਾਲਸਾ ਦੀ ਮੂਲ ਭਾਵਨਾ, ਸਿਧਾਂਤ, ਲੋੜ, ਮਾਹੌਲ ਅਤੇ ਜਿਹੜੀ ਦਿਸ਼ਾ ਲੈ ਕੇ ਫੈਸਲੇ ਲੈਣੇ ਹੁੰਦੇ ਨੂੰ ਅਮਲ ਲਿਆਉਣ ਵਾਸਤੇ ਕੀ ਸਥਿਤੀ ਬਣਾਈ ਗਈ ਸੀ ਉਸ ਵੇਲੇ? ਕੀ ਹੁਣ ਸਥਿਤੀ ਹੈ? ਲੇਕਿਨ ਮੈਂ ਸਮਝਦਾ ਹੁਣ ਸਥਿਤੀ ਤਾਂ ਜ਼ਰੂਰ ਹੈ। ਇੱਕ ਸਿੱਖ ਪੰਥ ਤੇ ਪੰਜਾਬ ਮੈਨੂੰ ਇਹ ਲੱਗਦਾ, ਹਰਸਿਮਰਤ ਜੀ ਮਾਫ ਕਰਨਾ ਮੈਂ ਸ਼ਬਦ ਵਰਤ ਰਿਹਾ, ਮੈਂ ਮੇਰੇ ਸਵਾਲ ਲੈ ਲਓ ਸਰ। ਮੈਨੂੰ ਲੱਗਦਾ ਕਿ ਤੁਸੀਂ ਆਪਣੇ ਪੁਰਾਣੇ ਜਥੇਬੰਦੀ ਦਲ ਖਾਲਸਾ ਦੇ ਟਰੈਕ ਤੇ ਆ ਗਏ ਹੋ। नहीं, मैं ट्रैक ते नहीं आया जी। मेरी गल सुनो, मैं अपने ट्रैक ते हाँ, बोलो। मैं अपने ट्रैक ते स्पष्ट हाँ कि जदों एक स्थिति बनी हुई है कि इत्थे एक पंथ दा इकट्ठ होना चाहिए और साझा इकट्ठ होना चाहिए, तां की अकाल तख्त साहिब जथेदार साहब इहदे वास्ते कोई ना कोई प्लैनिंग है, कि सोच है? मैं चाल साहब नूं सवाल करदा कि 2015 दे विच जदों उस सरबत खालसा तो जिवें भी होया, जगतार सिंह हवारा दी लीडरशिप एज जथेदार आई है, एक शैडो जथेदार तौर पर भी समझा जा सकता है कि उन्होंने को पंथ नूं इकट्ठा करके एक फ्लैक्सीबल होकर सारे नूं कॉल करके एक कोई ऐसी तरह का, मैं सरबत खालसा फिर नहीं करना उसनूं उस तरह का कोई कत्तरदा सांझी कत्तरदा करने का कोई प्लैनिंग है? मेरे सामने 1995 वाला रोड प्रेसिडेंट पे है जी। मैं हमेशा उसे स्ट्रेस करांगा। ਤੁਸੀਂ 2015 ਵਾਲੇ ਚੱਬਾ ਦੇ ਸਰਬੱਤ ਖਾਲਸਾ ਨੂੰ ਸਰਬੱਤ ਖਾਲਸਾ ਨਹੀਂ ਮੰਨਦੇ? मैं नहीं मानता सरबत खालसा मूल भावना अनुसार नहीं मानता, क्योंकि ग्रुप ਦਾ सरबत खालसा सर ਤੁਸੀਂ ਹਰਸਿਮਰਤ ਸਿੰਘ ਜੀ ਇੱਕ ਮਿੰਟ ਸਰ ਸੁਣ ਲਓ ਨਹੀਂ ਸੀਗਾ ਸਰ ਸੁਣ ਲਓ ਸਰ ਤੁਸੀਂ ਜਦੋਂ ਕਿ ਸਾਰੇ ਇਕੱਠੇ ਸਰ ਇੱਕ ਮਿੰਟ ਸਰ ਸੁਣ ਲਓ ਹਰਸਿਮਰਤ ਜੀ ਸਰ ਫੈਸਲਾ ਤਾਂ ਸਰਬਤ ਖਾਲਸਾ ਬਣਦਾ ਹੋ। ਸਰ ਤੁਸੀਂ ਉੱਥੇ ਗਏ ਸੀ ਚੱਬੇ 2015 ਵਿੱਚ? ਮੈਂ ਨਹੀਂ ਸੀ ਗਿਆ। ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਇਹਨੂੰ ਵਿਸ਼ਵ ਸਿੱਖ ਕਨਵੈਨਸ਼ਨ ਸੱਦ ਲਓ, ਹਾਂ, ਤਾਂ ਕਿ ਤੁਸੀਂ ਸਰਬਤ ਖਾਲਸਾ ਦਾ ਨਾਂ ਨਾ ਵਰਤੋ। ਮੈਂ ਸਗੋਂ ਮਤੇ ਲਿਖ ਕੇ ਭੇਜੇ ਸੀ ਉਹਨਾਂ ਨੂੰ, ਲੇਕਿਨ ਮੇਰਾ ਉਹਨਾਂ ਨੂੰ ਫਤਵਾ ਇਹ ਸੀਗਾ ਕਿ ਮਤਲਬ ਮਤਭੇਦ ਕਿ ਇਹ ਵਿਸ਼ਵ ਸਿੱਖ ਕਨਵੈਨਸ਼ਨ ਸੱਦੋ, ਨਾ ਕਿ ਸਰਬਤ ਖਾਲਸਾ ਸੱਦੋ। ਔਰ ਦੇਖੋ ਇਕੱਠਾ ਹੁੰਦੇ ਰਹਿੰਦੇ ਨੇ, ਸਰਬਤ ਪੰਥ ਮਤਲਬ ਹਮੇਸ਼ਾ ਕਨਵੈਨਸ਼ਨ ਸੱਦਾ ਰਹਿੰਦਾ ਹੈ, ਹਮੇਸ਼ਾ ਚੱਲਦਾ ਰਿਹਾ। ਕਿ ਸਰਬਤ ਖਾਲਸਾ ਦੇ ਨਾਂ ਨੂੰ ਵਰਤ ਕੇ ਤਾਂ ਸਾਨੂੰ ਉਹਨਾਂ ਗੁਰਮਤਿ ਦੀ ਇੰਸਟੀਟਿਊਸ਼ਨ ਨੂੰ ਫੈਸਲੇ ਲੈ ਕੇ, ਫੈਸਲਾ ਨੂੰ ਇੱਕ ਪੂਰਨ ਮਰਿਆਦਾ ਦੇ ਵਿੱਚ ਲੈ ਕੇ ਫੈਸਲਾ ਨੂੰ ਉਸ ਅਨੁਸਾਰ ਲਾਣਾ ਪਏਗਾ। ਜਿਸ ਤਰ੍ਹਾਂ ਮਾਨ ਸਾਹਿਬ ਗੱਲ ਕਰਦੇ ਨੇ, ਇਹ ਗੱਲਾਂ ਜਿਹੜੀਆਂ ਨੇ ਇਹ ਇਸ ਇੰਸਟੀਟਿਊਸ਼ਨ ਨੂੰ ਹੋਰ ਡਾਇਲੂਟ ਕਰਨ ਵਾਲੀ ਗੱਲਾਂ ਨੇ। ठीक है सर, वापस आ रहे
ਜੇ ਜਥੇਦਾਰ ਸਾਹਿਬ ਸੱਦੇ ਨੇ ਤਾਂ ਉਹ ਆਪਣਾ ਦੱਸਣ ਵੀ ਕੀ ਪ੍ਰੋਗਰਾਮ ਸਾਡਾ ਹੈ। ਚਲੋ ਠੀਕ ਹੈ, ਆਉਣ ਵਾਲੇ ਸਮੇਂ ਰਾਤ ਦੇ ਕੌਮ ਨੂੰ ਦਿਸ਼ਾ ਦੇਣ ਵਾਸਤੇ ਉਹਨਾਂ ਕੋਲ ਕੀ ਰੋਡ ਮੈਪ ਹੈ। ਠੀਕ ਹੈ, ਸਵਾਲ ਤਾਂ ਦਿਸ਼ਾ ਦੇਣ ਦਾ ਚਲੋ ਠੀਕ ਹੈ, ਠੀਕ ਹੈ ਸਰ, ਠੀਕ ਹੈ ਦੁਬਦਾ ਵਿੱਚ ਸਾਰੇ ਠੀਕ ਹੈ ਸਰ। ਚਹਿਲ ਸਾਹਿਬ ਜੋ ਹਰਸਿਮਰਤ ਸਿੰਘ ਹਰੀ ਸਵਾਲ ਕਰਦੇ ਪਏ ਤੁਸੀਂ ਉਹਦਾ ਜਵਾਬ ਦੇਣਾ ਚਾਹੁੰਦੇ ਹੋ? ਦੇਖੋ ਬੇਨਤੀ ਆ, ਇਕੱਠੇ ਹੋ ਕੇ ਬੈਠਣ ਦਾ ਜਿਹੜਾ ਗੁਰੂ ਸਾਹਿਬ ਨੇ ਪੈਗਾਮ ਦਿੱਤਾ ਉਹ ਬਹੁਤ ਵਧੀਆ ਹੈ, ਪਰ ਇਕੱਠੇ ਹੋਣ ਦੀ ਕੋਈ ਗੱਲ ਤਾਂ ਕਰੇ। ਆਪਾਂ ਸਾਰੇ ਜਿਹੜੇ ਸਾਡੇ ਬੁੱਧੀਜੀਵੀ ਹੈ ਨਾ, ਜਿਹੜੇ ਸਾਨੂੰ ਥਿਊਰੀ ਦੇ ਤੌਰ ਤੇ ਗੱਲਾਂ ਕਹਿੰਦੇ ਵੀ ਸਰਬੱਤ ਖਾਲਸਾ ਇਸ ਤਰ੍ਹਾਂ ਦਾ ਹੋਣਾ, ਆਪਾਂ 1984 ਤੋਂ ਸਾਰੀ ਸਿੱਖ ਪੰਥ ਜਿਹੜੀ ਆ ਦੁਬਦਾ 'ਚ ਪਈ ਆਇਆ। ਇਹ ਜਿਹੜੇ ਆਪਣੇ ਪੰਥਕ ਚਿੰਤਕ ਨੇ ਉਹਨਾਂ ਨੇ ਕਦੀ ਆਪਸ ਵਿੱਚ ਦੀ ਬੈਠਕ ਕਰਕੇ ਇਹ ਗੱਲ ਕੀਤੀ ਵੀ ਜਿਹੜਾ ਸਰਬੱਤ ਖਾਲਸਾ ਇਸ ਤਰ੍ਹਾਂ ਕਰ ਲਿਆ ਜਾਵੇ। ਚਾਹੇ ਸਾਡੇ ਜਿਹੜੇ ਪੋਲੀਟੀਕਲ ਸੱਜਣ ਨੇ, ਭਾਵੇਂ ਉਹ ਕਿਸੇ ਦਲ ਦੇ ਹੈਗੇ ਨੇ, ਇਹਦੇ 'ਚ ਕੋਈ ਝਗੜਾ ਨਹੀਂ ਹੈ, ਉਹਨਾਂ ਨੇ ਵੀ ਕੋਈ ਕੋਸ਼ਿਸ਼ ਨਹੀਂ ਕੀਤੀ। ਮਤਲਬ ਭੰਬਲ ਭੂਸੇ ਕੌਮ ਤਦੇ ਪਈ ਏ। ਨਹੀਂ ਇੱਕ ਮਿੰਟ ਚਹਿਲ ਸਾਹਿਬ ਇੱਕ ਮਿੰਟ ਦੱਸੋ। ਚਹਿਲ ਸਾਹਿਬ ਜਿਹੜਾ 2015 ਵਿੱਚ ਸਰਬੱਤ ਖਾਲਸਾ ਜਿਹਨੂੰ ਕਿਹਾ ਗਿਆ, ਕੀ ਉਦੋਂ ਕੌਮ ਭੰਬਲ ਭੂਸੇ 'ਚ ਨਹੀਂ ਪਈ? ਹਰਸਿਮਰਤ ਸਿੰਘ ਕਹਿੰਦੇ ਮੈਂ ਉਹਨੂੰ ਸਰਬੱਤ ਖਾਲਸਾ ਹੀ ਨਹੀਂ ਮੰਨਦਾ। ਨਹੀਂ, ਇਹ ਇਹਨਾਂ ਦੀ ਮਰਜ਼ੀ ਨਾ ਮੰਨਣ। ਹੁਣ ਮੈਂ ਤੇ ਜਿਹੜਾ ਸਰਬੱਤ ਖਾਲਸਾ ਉਹਨੂੰ ਮੰਨਦੇ ਆ, ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਅਸੀਂ ਜਥੇਦਾਰ ਮੰਨਦੇ ਆ। ਸਾਰੀ ਗਰੁੱਪ ਦਾ ਕੱਟ ਸੀ ਜੀ, ਉਹ ਗਰੁੱਪ ਦਾ ਕੱਟ। ਇੱਕ ਮਿੰਟ ਹਰਸਿਮਰਤ ਜੀ, ਇੱਕ ਮਿੰਟ ਸੁਣ ਲਵਾਂ ਸਰ ਸੁਣ ਲਾਂ ਮੈਨੂੰ। ਜੇ 7 ਜਾਂ 8 ਲੱਖ ਜਾਂ 10 ਲੱਖ ਆਦਮੀ ਇਕੱਠਾ ਹੋਵੇ, ਅਜੇ ਵੀ ਉਹਨੂੰ ਗਰੁੱਪ ਕਹੀਏ। ਇਤਿਹਾਸਿਕ ਇੱਕ ਮਿੰਟ ਹਰਸਿਮਰਤ ਜੀ ਸਰ ਆ ਰਿਹਾ, ਇੱਕ ਮਿੰਟ ਸਰ ਇੱਕ ਮਿੰਟ ਹੋ ਜਾਓ ਪਲੀਜ਼ ਇੱਕ ਮਿੰਟ ਸਰ ਨਹੀਂ ਨਾ ਹੋਇਆ। ਜਿਹੜੀ ਸਰਬੱਤ ਖਾਲਸਾ ਦੀ ਜਿਹੜੀ ਇੰਸਟੀਟਿਊਸ਼ਨ ਆ, ਉਹਦੇ 'ਚ ਸਰਬੱਤ ਖਾਲਸਾ ਕੌਣ ਆਉਂਦੇ ਸੀ? ਉਹ ਆਉਂਦੇ ਸੀ ਜਿਹੜੇ ਪੰਥਕ ਤੌਰ ਤੇ ਲੀਡਰ, ਜਿਹੜੇ ਆਗੂ ਸਨ, ਜਿਹੜੇ ਲੜਾਈਆਂ ਦੇ ਵਿੱਚ ਜਿਹੜਾ ਸੀ ਹਿੱਸਾ ਲੈਂਦੇ ਸੀ। ਆਇਆ ਪਬਲਿਕ ਦੇ ਆਦਮੀ ਜਿਹੜੇ ਉਹ ਸਰਬੱਤ ਖਾਲਸਾ 'ਚ ਹਾਜ਼ਰ ਹੁੰਦੇ ਸੀ। ਸੋ ਇਸ ਕਰਕੇ ਜਿਹੜਾ ਹੁਣ ਆਪਾਂ ਡੈਮੋਕ੍ਰੈਟਿਕ ਸੈਪਰੇਟ ਦੀ ਗੱਲ ਕਰਦੇ ਹਾਂ, ਆਪਾਂ ਲੋਕਾਂ ਦੀ ਇਕੱਠ ਦੀ ਕਰਦੇ ਹਾਂ। ਹੁਣ ਜਿਹੜਾ ਨਵਾਂ ਸਰਬੱਤ ਖਾਲਸਾ ਜੇ ਏਡੇ ਵੱਡੇ ਇਕੱਠ ਨੇ ਕਰ ਦਿੱਤਾ ਹੈ ਤੇ ਉਹਦਾ ਇਫੈਕਟ ਕੀ ਹੋਇਆ 2015 ਤੋਂ? ਨਹੀਂ ਚਹਿਲ ਸਾਹਿਬ ਫਿਰ ਮੈਨੂੰ ਇੱਕ ਗੱਲ ਦੱਸੋ। ਚਹਿਲ ਸਾਹਿਬ ਫਿਰ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਹਿ ਰਿਹਾ ਕਿ ਜੇ ਇੱਥੇ ਨਾ ਸੱਦਿਆ ਤੇ ਫਿਰ ਅਸੀਂ ਪੰਜਾਬ ਤੋਂ ਬਾਹਰ ਸੱਦ ਲਾਂਗੇ, ਫਿਰ ਤੁਸੀਂ ਵੀ ਇਹਨਾਂ ਨਾਲ ਹੋ, ਬਾਹਰ ਸੱਦੋਗੇ ਸਰਬੱਤ ਖਾਲਸਾ? ਇਹ ਗੱਲ ਨਹੀਂ ਮੈਂ ਕਹਿੰਦਾ, ਸਰਬੱਤ ਖਾਲਸਾ ਤਾਂ ਪੰਜਾਬ 'ਚ ਹੀ ਹੋਣਾ ਚਾਹੀਦਾ। ਪੰਜਾਬ ਦੇ ਵਿੱਚ ਜਿਹੜੀਆਂ ਸਾਨੂੰ ਪੰਜਾਬ 'ਚ ਹੀ ਮੁਸ਼ਕਲਾਂ, ਬਾਹਰ ਜਿਹੜੀਆਂ ਮੁਸ਼ਕਲਾਂ, ਠੀਕ ਹੈ ਸਾਡੇ ਪੰਥਕ ਸੱਜਣ ਜਿਹੜੇ ਉਹਨਾਂ ਨੂੰ ਆ ਰਹੀਆਂ, ਜੇ ਜਿਸ ਤਰ੍ਹਾਂ ਅੱਗੇ ਜਿਹੜੇ ਆਪਣੇ ਆਗੂ ਸਨ ਲੜਾਈਆਂ ਵੇਲੇ, ਉਹ ਤੇ ਜੰਗਲਾਂ 'ਚ ਵੀ ਸਰਬੱਤ ਖਾਲਸਾ ਕਰਦੇ ਰਹੇ ਨੇ। ਚਲੋ ਠੀਕ ਇਹ ਜੰਗਲਾਂ 'ਚ ਹੋ ਸਕਦਾ ਤੇ ਬਾਹਰ ਵੀ ਹੋ ਸਕਦਾ, ਇਹਦੇ ਕਿਹੜੀ ਗੱਲ ਹੈ? ਚਲੋ ਠੀਕ ਹੈ। ਇਹ ਤੇ ਜਿੱਥੇ ਕੌਮ ਏਕਾ ਕਰਕੇ ਬੈਠਕ ਕਰ ਲੇ, ਉਹ ਸਰਬੱਤ ਖਾਲਸਾ ਦੀ ਜਗ੍ਹਾ ਆ ਜਾਏਗੀ। ਚਲੋ ਠੀਕ ਹੈ। ਕੁਸ਼ਲਪਾਲ ਸਿੰਘ ਮਾਨ, ਜੋ ਹਰਸਿਮਰਤ ਸਿੰਘ ਹਰਾਂ ਨੇ ਸਵਾਲ ਚੁੱਕਿਆ, ਮੈਨੂੰ ਇਹ ਸਮਝ ਆਇਆ, ਹੋ ਸਕਦਾ ਤੁਹਾਨੂੰ ਉਸ ਤੋਂ ਵਧੇਰੇ ਕੁਝ ਸਮਝ ਆ ਗਿਆ ਹੋਵੇ, ਮੈਨੂੰ ਇਹ ਸਮਝ ਆਇਆ ਕਿ ਸਰਬੱਤ ਖਾਲਸਾ ਵਰਗੇ ਇੱਕ ਵੱਡੇ ਨਾਮ ਨੂੰ, ਇੱਕ ਵੱਡੇ ਵਿਸ਼ੇਸ਼ ਕੌਮ ਦੇ ਨਾਂ ਜਿਹੜਾ ਇਕੱਠ ਹੁੰਦਾ ਉਸ ਨੂੰ ਤੁਸੀਂ ਮਿਸਯੂਜ਼ ਕਰਦੇ ਪਏ ਹੋ। ਕੁਸ਼ਲਪਾਲ ਸਿੰਘ ਮਾਨ, ਮੈਨੂੰ ਇਹ ਸਮਝ ਆਇਆ। ਮੈਂ ਦਿਨਾਂ ਜੀ ਜਵਾਬ ਸਾਰੀਆਂ ਗੱਲਾਂ ਦਾ। ਪਹਿਲਾਂ ਸਰ ਮੈਂ ਗੁਰਪ੍ਰੀਤ ਸਿੰਘ ਦੀ ਗੱਲ ਦਾ ਜਵਾਬ ਦੇਣਾ ਹੈ। ਇਹਨਾਂ ਨੇ ਸਾਡੇ ਤੇ ਦੋਸ਼ ਲਾਇਆ ਵੀ ਅਸੀਂ ਕੀਤਾ ਕੁਛ ਨਹੀਂ। ਜਿੰਨੀਆਂ ਰਿਟ ਪਟੀਸ਼ਨ ਹੇਬੀਅਸ ਕਾਰਪਸ ਫਾਈਲ ਕੀਤੀਆਂ, ਉਹ ਕਿਹਦੇ ਵਕੀਲ ਨੇ ਕੀਤੀਆਂ ਹਾਈ ਕੋਰਟ 'ਚ? ਨੰਬਰ 1, ਹਰ ਜ਼ਿਲ੍ਹੇ 'ਚ ਜਾ ਕੇ ਕਿੰਨੇ ਡੀਸੀ ਨੂੰ ਮੈਮੋਰੈਂਡਮ ਦਿੱਤੇ? ਬੋਲੋ ਕਿੰਨੇ ਜਾ ਕੇ ਹਰੀਕੇ ਜਿਹੜਾ ਧੱਕਾ ਕੀਤਾ ਪੁਲਿਸ ਨੇ, ਉਹਦੇ ਖਿਲਾਫ ਪ੍ਰੋਟੈਸਟ ਕੀਤਾ? ਸੋ ਐਵੇਂ ਇੱਕ ਦੂਜੇ ਨੂੰ ਕਹੀ ਜਾਣਾ ਵੀ ਅਸੀਂ ਬਹੁਤ ਕੁਝ ਕਰਦੇ ਹਾਂ, ਦੂਜਾ ਕਰਦਾ ਕੁਝ ਨਹੀਂ, ਇਹਦੇ ਤੋਂ ਆਪਾਂ ਨੂੰ ਗੁਰੇਜ਼ ਕਰਨਾ ਚਾਹੀਦਾ। ਦੂਸਰੀ ਗੱਲ ਇਹ ਹੈ, ਜਿਹੜੀ ਗੱਲ ਮੈਂ ਕਹਿਣਾ ਚਾਹ ਰਿਹਾ ਔਰ ਸ਼ਾਇਦ ਮੇਰੇ ਤੁੰਝਾ ਪਾ ਰਿਹਾ, ਮੈਂ ਇਹ ਕਹਿਣਾ ਚਾਹ ਰਿਹਾ ਵੀ ਕੌਮ ਨੂੰ ਅੱਜ 40 ਸਾਲ ਹੋ ਗਏ ਦੁਬਦਾ 'ਚ। ਇੰਸਟੀਟਿਊਸ਼ਨ ਜਿਹੜੇ ਹੈਗੇ ਨੇ, ਸਾਨੂੰ 180 ਸਾਲ ਬਾਅਦ ਸਰਬੱਤ ਖਾਲਸਾ ਦੀ ਜਿਹੜੀ ਪ੍ਰਥਾ ਹੈ ਉਹ 1986 'ਚ ਇਸ ਕਰਕੇ ਰਿਵਾਈਵ ਕਰਨੀ ਪਈ ਕਿਉਂਕਿ ਕੌਮ ਨਾਲ ਇੰਨਾ ਧੱਕਾ ਹੋਇਆ। ਹੁਣ ਅਸੀਂ ਕਿਹੜੀ ਗੱਲ ਦੀ ਉਡੀਕ ਕਰੀ ਜਾ ਰਹੇ ਹਾਂ ਬਈ ਸਾਨੂੰ ਨਿਰੰਤਰ 40 ਸਾਲ 'ਚ ਇਹ 15-20 ਸਾਲ ਇਹ ਪਾਵਰ 'ਚ ਰਹਿ ਰਹੇ ਬਾਦਲ ਸਾਹਿਬ, 10 ਸਾਲ ਕਾਂਗਰਸ ਰਹਿ ਲਈ, ਵੀ ਇਹ ਕਿਹੜੀ ਅਸੀਂ ਕਿਹੜੀ ਸਾਡੀ ਮਾਨ ਸਾਹਿਬ ਇੱਕ ਮਿੰਟ ਸਰ ਸਵਾਲ ਲੈ ਲਓ। ਮਾਨ ਸਾਹਿਬ ਮੈਂ ਸਰਬੱਤ ਖਾਲਸਾ ਸਵਾਲ ਕਰਦਾ, ਕੌਮ ਦਾ ਸਵਾਲ ਕਰਦਾ, ਤੁਸੀਂ ਬਾਦਲ ਦਾ ਸਵਾਲ ਕਰਦੇ ਹੋ, ਬਾਦਲ ਧੜੇ ਦਾ ਸਵਾਲ ਕਰਦੇ ਹੋ।
ਤੁਸੀਂ ਤੁਹਾਡਾ ਟਰੈਕ ਹੀ ਮੇਰੇ ਖਿਆਲ ਸਿਆਸੀ ਹੈ। ਮੈਂ ਤਾਂ ਜਿਹੜਾ ਉਹ ਕੌਮ ਦਾ ਇਸ਼ੂ ਦੀ ਗੱਲ ਕਰਨਾ ਚਾਹ ਰਿਹਾ। ਮੈਂ ਜਵਾਬ ਦੇਣਾ ਸੀ, ਮੈਂ ਦੇ ਦਿੱਤਾ। ਹਾਂ, ਹਾਂਜੀ, ਪੁੱਛੋ। ਮੇਰਾ ਸਵਾਲ ਇਹ ਸੀਗਾ ਸਰ, ਸਰਬੱਤ ਖਾਲਸਾ ਵਰਗੇ ਪਵਿੱਤਰ ਨਾਮ ਦਾ ਤੁਸੀਂ ਮਿਸਯੂਜ਼ ਕਰਦੇ ਪਏ ਹੋ। ਹਰਸਿਮਰਤ ਸਿੰਘ ਇਹ ਸਵਾਲ ਚੁੱਕਦੇ ਪਏ ਆ। ਸਰ ਮੈਂ ਤੁਹਾਨੂੰ, ਮੇਰਾ ਜਵਾਬ ਇਹ ਹੈ ਭਈ ਸਰਬੱਤ ਖਾਲਸਾ ਦਾ ਜਿਹੜਾ ਪਵਿੱਤਰਤਾ ਹੈ ਉਹ ਕਦੋਂ ਵਰਤੀ ਜਾਣੀ ਹੈ। 40 ਸਾਲ ਹੋ ਗਏ ਸਾਡਾ ਪੋਲੀਟੀਕਲ ਕਲੋਜ਼ਰ ਕਿਸੇ ਕੰਮ ਦਾ ਨਹੀਂ ਹੋ ਰਿਹਾ। 40 ਸਾਲ ਹੋ ਗਏ ਸਾਨੂੰ ਧੱਕੇ ਖਾਂਦੇ ਆ। ਆਪਾਂ 40 ਸਾਲ ਚ ਜੇ ਕੁਝ ਨਹੀਂ ਕਰ ਪਾਏ, ਇਹੀ ਸੋਚੀ ਜਾਣਾ ਹੈ ਭਈ ਜੀ ਇਹਦਾ ਮਿਸਯੂਜ਼ ਕਰ ਰਹੇ ਆ। ਜੁੱਤੀਆਂ ਖਾਈ ਜੋ ਸਰਕਾਰਾਂ ਤੋਂ, ਇਕੱਠੇ ਹੋਵੋ ਨਾ, ਇੰਟੈਲੈਕਚੁਅਲ ਗੱਲ ਚ ਪਈ ਜਾਓ। ਪ੍ਰੈਕਟੀਕਲੀ ਗਰਾਊਂਡ ਚ ਦੇਖੋ ਨਾ ਜੀ, 100 ਸਾਲ ਬਾਅਦ ਵੀ ਅੱਜ ਐਨਐਸਏ ਦਾ ਕਾਨੂੰਨ ਤੁਹਾਡੇ ਗਲ ਚ ਪਿਆ ਹੈ, ਕੌਣ ਆਵਾਜ਼ ਚੁੱਕੂਗਾ? ਇਹ ਜਿਹੜੇ ਇੰਸਟੀਟਿਊਸ਼ਨ ਨੇ ਇਹ ਕੌਮ ਦੀ ਭਲਾਈ ਵਾਸਤੇ ਨੇ ਕਿ ਕੌਮ ਇਹਨਾਂ ਇੰਸਟੀਟਿਊਸ਼ਨਸ ਵਾਸਤੇ ਹੈ? ਚਲੋ ਮੈਂ ਵਾਪਸ ਆ ਰਿਹਾ ਸਰ। ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਬਾਅਦ ਅਸੀਂ ਆਖਰੀ ਹਿੱਸੇ ਵਿੱਚ ਹੋਵਾਂਗੇ ਤੇ ਆਖਰੀ ਹਿੱਸੇ ਵਿੱਚ ਸਵਾਲ ਹੋਰ ਵੀ ਹੋਣਗੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਪੁੱਛ ਰਹੇ ਹਾਂ, ਸਰਬੱਤ ਖਾਲਸਾ ਦੀ ਮੰਗ ਵਿਚਾਲੇ ਤਖਤ ਸ੍ਰੀ ਦਮਦਮਾ ਸਾਹਿਬ 'ਚ ਵਿਸਾਖੀ ਮੌਕੇ ਉਲੀਕੇ ਪ੍ਰੋਗਰਾਮਾਂ ਦੇ ਮਾਇਨੇ ਕੀ ਹੈ? ਖੁਸ਼ਪਾਲ ਸਿੰਘ ਮਾਨ, ਕੀ ਤੁਹਾਨੂੰ ਲੱਗਦਾ ਕਿ ਪੰਥ ਇਸ ਵਕਤ ਖਤਰੇ 'ਚ ਹੈ? ਪੰਥ ਵੀ ਖਤਰੇ 'ਚ ਹੈ, ਪੰਜਾਬ ਵੀ ਖਤਰੇ 'ਚ ਹੈ ਜੀ। ਮੈਨੂੰ ਇੱਕ ਚੀਜ਼ ਦੱਸੋ, ਤੁਸੀਂ ਐਨਐਸਏ ਦੀ ਗੱਲ ਕੀਤੀ ਹੈ, ਐਨਐਸਏ ਹਟਾਉਣ ਲਈ ਤੁਸੀਂ ਸਰਬੱਤ ਖਾਲਸਾ ਦੀ ਮੰਗ ਕਰਦੇ ਪਏ ਹੋ ਜਾਂ ਜਥੇਦਾਰ ਸਾਹਿਬ ਨੂੰ ਹਟਾਉਣ ਲਈ ਸਰਬੱਤ ਖਾਲਸਾ ਦੀ ਮੰਗ ਕਰਦੇ ਪਏ ਹੋ? ਨਹੀਂ, ਅਸੀਂ ਜੀ ਜਿਹੜੀ ਕੌਮ ਨਾਲ ਧੱਕਾ ਹੋ ਰਿਹਾ ਹੈ ਔਰ ਹਰ ਵੇਲੇ ਦੀ ਸਰਕਾਰ ਕਰਦੀ ਆ ਰਹੀ ਹੈ, ਔਰ ਬੜੇ ਅਫਸੋਸ ਦੀ ਗੱਲ ਹੈ ਜਿਨ੍ਹਾਂ ਨੂੰ ਲੋਕ ਪੰਜਾਬ 'ਚ ਇਲੈਕਟ ਕਰਦੇ ਨੇ ਉਹ ਦਿੱਲੀ ਵਾਲਿਆਂ ਨਾਲ ਰਲ ਕੇ ਪੰਜਾਬ ਦੇ ਔਰ ਕੌਮ ਨੂੰ ਕੁੱਟਦੇ ਨੇ। ਪਿਛਲੇ 30-40 ਸਾਲ ਤੋਂ ਆਹੀ ਕੁਝ ਹੋ ਰਿਹਾ। ਚਲੋ ਮੈਂ ਵਾਪਸ ਆਪਾਂ ਨੂੰ ਜੇ ਇਹਨਾਂ ਨੂੰ ਇਕੱਠੇ ਕਰਨ ਦੀ ਗੱਲ ਕਰਦੇ ਆ ਜਥੇਦਾਰ ਅਕਾਲ ਤਖਤ ਨੇ ਜੀ, ਸਿਆਸੀ ਬੰਦਿਆਂ ਨੂੰ ਅਸੀਂ ਨਹੀਂ ਬੁਲਾਉਣਾ। ਜੇ ਆਪਾਂ ਮੀਰੀ ਪੀਰੀ ਦੇ ਸਿਧਾਂਤ ਤੇ ਹੀ ਨਹੀਂ ਅਸੀਂ ਡਿਫਰੈਂਸ਼ੀਏਟ ਕਰੀ ਜਾਣਾ ਹੈ ਤਾਂ ਫਿਰ ਕਿਵੇਂ ਕੰਮ ਚੱਲੂਗਾ? ਚਲੋ ਠੀਕ ਹੈ ਚੱਬਰ ਸਾਹਿਬ, ਠੀਕ ਹੈ ਚੱਬਰ ਸਾਹਿਬ, ਤੁਸੀਂ ਇੱਕ ਸਵਾਲ ਕੀਤਾ ਸੀ ਉਹਨਾਂ ਨੂੰ ਕਿ ਉਹਨਾਂ ਨੇ ਕੁਝ ਨਹੀਂ ਕੀਤਾ, ਅੰਮ੍ਰਿਤਪਾਲ ਦੇ ਹਮਾਇਤੀ ਬਣੇ ਫਿਰਦੇ ਸੀਗੇ। ਉਹ ਕਹਿੰਦੇ ਸੀ ਮੈਮੋਰੈਂਡਮ ਦਿੱਤੇ ਆ, ਸਾਡਾ ਵਕੀਲ ਆ ਜਿਹੜਾ ਉਹ ਕੇਸ ਲੜਦਾ ਪਿਆ, ਹਾਲਾਂਕਿ ਉਥੋਂ ਹਾਈ ਕੋਰਟ ਤੋਂ ਝਾੜ ਵੀ ਪਈ ਹੈ ਵਕੀਲ ਨੂੰ ਜਿਹੜਾ ਮਸਲੇ ਦੇ ਉੱਤੇ ਗੱਲ ਕਰਦੇ ਪਏ ਸੀਗੇ। ਚੱਬਰ ਸਾਹਿਬ, ਜੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਪਈ ਹੈ, ਮੇਰਾ ਸਵਾਲ ਇਹ ਹੈ, ਜਥੇਦਾਰ ਸਾਹਿਬ ਨੂੰ ਸਟੈਂਡ ਸਪਸ਼ਟ ਕਰਨ ਲਈ ਕੋਈ ਕਹਿ ਸਕਦਾ ਹੈ ਜਾਂ ਨਹੀਂ ਕਹਿ ਸਕਦਾ? ਚੱਬਰ ਸਾਹਿਬ ਕੇਪੀ ਜੀ ਥੋੜਾ ਜਿਹਾ ਦੁਹਰਾਇਓ ਦੁਬਾਰਾ ਸਵਾਲ। ਮੈਂ ਕਹਿ ਰਿਹਾ ਸੀ ਜਥੇਦਾਰ ਸਾਹਿਬ ਨੂੰ ਸਟੈਂਡ ਸਪਸ਼ਟ ਕਰਨ ਲਈ ਕੋਈ ਕਹਿ ਸਕਦਾ ਜਾਂ ਨਹੀਂ ਕਹਿ ਸਕਦਾ? ਨਹੀਂ ਕੇਪੀ ਜੀ, ਜਥੇਦਾਰ ਸਾਹਿਬ ਜਦੋਂ ਪ੍ਰੈਸ ਸਾਹਮਣੇ ਹੋਣਗੇ ਉਹ ਤਾਂ ਪ੍ਰੈਸ ਪੁੱਛ ਲੂਗੀ, ਗੱਲ ਕਰ ਲੂ, ਕਿਉਂਕਿ ਜਥੇਦਾਰ ਸਾਹਿਬਾਨ ਨੇ ਕਿਸੇ ਮੀਟਿੰਗ 'ਚ ਸਰਬੱਤ ਖਾਲਸੇ ਦਾ ਵਿਚਾਰ ਕੀਤੀ ਨਹੀਂ ਨਾ। ਇਹ ਤਾਂ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਦੀ ਮੰਗ ਹੈ। ਉਸ ਤੋਂ ਬਾਅਦ ਮਸਲਾ ਤਾਂ ਇਹ ਸੀ, ਠੀਕ ਹੈ, ਚਲੋ ਮੀਡੀਆ ਵੱਲੋਂ ਲਾ ਲਓ ਜਾਂ ਭਾਰਤੀ ਮੀਡੀਆ, ਰਾਸ਼ਟਰੀ ਮੀਡੀਆ ਵੱਲੋਂ ਗੱਲ ਉਲਟਾ ਕੇ ਕਿਸੇ ਪਾਸੇ ਹੋਰ ਚਲੀ ਗਈ, ਪਰ ਗੱਲ ਤਾਂ ਇਹ ਸੀ ਕਿਸ ਤਰ੍ਹਾਂ ਸਿੱਖ ਕੌਮ ਨਾਲ ਭਾਈ ਅੰਮ੍ਰਿਤਪਾਲ ਜੀ ਦੇ ਬਹਾਨੇ ਬਣਾ ਕੇ ਸਿੱਖ ਕੌਮ ਨਾਲ ਧੱਕਾ ਕੀਤਾ ਜਾ ਰਿਹਾ ਹੈ। ਜਿਵੇਂ ਕੁਸ਼ਲਪਾਲ ਮਾਨ ਜੀਆਂ ਨੇ ਦੱਸਿਆ ਕਿ ਐਨਐਸਏ ਲਾਇਆ ਗਿਆ ਕਿੰਨੇ ਸਾਲਾਂ ਬਾਅਦ, ਕਿੱਥੇ ਫਰਜ਼ ਤਾਂ ਇਹ ਬਣਦਾ ਸੀ ਸਮੁੱਚੀ ਕੌਮ ਇਕੱਠੀ ਹੋ ਕੇ, ਜਿਸ ਦਿਨ ਤੋਂ ਜਥੇਦਾਰ ਸਾਹਿਬਾਨ ਅੱਗੇ ਆਏ ਨੇ, ਸਮੁੱਚੀਆਂ ਜਥੇਬੰਦੀਆਂ, ਮੈਂ ਤਾਂ ਇੱਥੇ ਤੱਕ ਅਕਾਲੀ ਦਲ ਨੂੰ ਵੀ ਬੇਨਤੀ ਕਰਦਾ ਕਿ ਅਕਾਲੀ ਦਲ ਵੀ ਜਾਂ ਸਮੁੱਚੇ ਅਕਾਲੀ ਦਲ, ਸਮੁੱਚੀਆਂ ਸਿੱਖ ਜਥੇਬੰਦੀਆਂ, ਜਦੋਂ ਸਿੰਘ ਸਾਹਿਬ ਨੇ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ, ਉਸ ਤੋਂ ਬਾਅਦ ਜਥੇ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ ਕਰੋ ਤਾਂ ਕਿ ਜਿਹੜਾ ਮੁੱਦਾ ਉਹ ਤਾਂ ਸਾਈਡ ਤੇ ਹੋ ਗਿਆ। ਮੁੱਦਾ ਤਾਂ ਇਹ ਸੀ ਕਿ ਭਾਰਤ ਸਰਕਾਰ, ਪੰਜਾਬ ਸਰਕਾਰ ਕਿਸ ਤਰ੍ਹਾਂ ਸਿੱਖ ਨੌਜਵਾਨੀ ਨਾਲ, ਸਿੱਖਾਂ ਨਾਲ ਧੱਕਾ ਕਰ ਰਹੀ ਹੈ। ਚਲੋ ਮੈਨੂੰ ਇੱਕ ਚੀਜ਼ ਆਪਾਂ ਰੈਪੂਟੇਸ਼ਨ ਚ ਪੈ ਜਾਵਾਂਗੇ। ਚੱਬਰ ਸਾਹਿਬ, ਮੇਰਾ ਸਵਾਲ ਜਵਾਬ ਦਿਓ। ਚੱਬਰ ਸਾਹਿਬ, ਇਸ ਪੋਸਟਰ ਦੀ ਬਿਨਾ ਤੇ ਕੀ ਇਹ ਕਿਹਾ ਜਾ ਸਕਦਾ ਕਿ ਸਰਬੱਤ ਖਾਲਸਾ ਹੁਣ ਨਹੀਂ ਸੱਦਾ ਜਾ ਸਕਦਾ? ਪ੍ਰੋਗਰਾਮ ਜੋ ਰੂਟੀਨ ਦੇ ਤਖਤ ਸ੍ਰੀ ਦਮਦਮਾ ਸਾਹਿਬ ਵਿਸਾਖੀ ਦੇ ਸਮਾਗਮਾਂ ਦੇ ਸੰਬੰਧ ਦੇ ਵਿੱਚ, ਖਾਲਸਾ ਹਾਜ਼ਰਾਂ ਦੇ ਉਸ ਦੇ ਸੰਬੰਧ ਦੇ ਵਿੱਚ ਹੁੰਦੇ ਆ, ਉਹੀ ਹੋਣਗੇ। ਹਾਂ, ਜਿਹੜੀ ਵਿਸ਼ੇਸ਼ ਇਕੱਤਰਤਾ ਕੱਲ ਨੂੰ ਹੈ ਪੱਤਰਕਾਰ ਸਾਹਿਬਾਨ ਦੀ, ਜੋ ਇਸ ਸਾਰੇ ਮਸਲੇ ਦੇ ਵਿੱਚ ਜੋ ਸਿੱਖ ਕੌਮ ਨਾਲ ਧੱਕੇ ਹੋ ਰਹੇ ਆ,
ਸਾਡੇ ਮੀਡੀਆ ਦੀ ਆਵਾਜ਼ ਦਵਾਈ ਸਰ ਜਾ ਮੈਂ ਰਹੀ। ਚੱਬਰ ਸਾਹਿਬ ਇੱਕ ਪੱਤਰਕਾਰ ਹੋਣ ਦੇ ਨਾਤੇ ਮੈਂ ਸਵਾਲ ਕਰ ਰਿਹਾ ਕਿ ਪੱਤਰਕਾਰਤਾ ਨੂੰ ਕਿਸੇ ਧਰਮ ਨਾਲ ਜੋੜ ਕੇ ਦੇਖਿਆ ਜਾ ਸਕਦਾ ਚੱਬਰ ਸਾਹਿਬ? ਅਟੈਕ ਇੱਕ ਧਰਮ ਤੇ ਹੋ ਰਿਹਾ ਕੇਪੀ ਜੀ, ਤੁਸੀਂ ਮੇਰੇ ਨਾਲੋਂ ਵੱਧ ਸੂਝਵਾਨ ਹੋ। 18 ਤਰੀਕ ਤੋਂ ਬਾਅਦ ਜੋ ਦੁਨੀਆ ਦੇ ਵਿੱਚ ਵਿਦੇਸ਼ਾਂ ਦੇ ਵਿੱਚੋਂ ਵੀ ਫੋਨ ਆਏ ਵੀ ਅਸੀਂ ਪੰਜਾਬ ਆਉਣਾ ਸੀ, ਟਿਕਟਾਂ ਕੈਂਸਲ ਕਰਾਤੀਆਂ। ਚਲੋ ਤੇ ਦਰਬਾਰ ਸਾਹਿਬ ਜਾਣ ਵਾਸਤੇ, ਦਮਦਮਾ ਸਾਹਿਬ ਜਾਣ ਵਾਸਤੇ, ਅਨੰਦਪੁਰ ਸਾਹਿਬ ਜਾਣ ਵਾਸਤੇ ਸਿੱਖ ਕੌਮ ਹੀ ਸਾਥੋਂ ਪੁੱਛਦੀ ਹੈ ਫੋਨ ਕਰਕੇ ਅਸੀਂ ਜਾਈਏ, ਹਾਲਾਤ ਕਿਵੇਂ ਨੇ। ਚਲੋ ਜੋ ਇਹ ਹਾਲਾਤ ਬਣਾਏ ਨੇ ਅਤੇ ਜੋ ਸਿੱਖ ਕੌਮ ਦੀ ਗੱਲ ਕਰਦੇ ਸੀ ਜਿਹੜੇ ਚੈਨਲ ਪੱਤਰਕਾਰ, ਉਹਨਾਂ ਨੂੰ ਹੀ ਬੈਨ ਕੀਤਾ ਗਿਆਗਾ। ਚਲੋ ਕਿ ਤੁਸੀਂ ਸਿੱਖ ਕੌਮ ਨੂੰ ਧੱਕਾ ਹੋ ਰਿਹਾ ਹੋ, ਕਿਉਂ ਦਿਖਾ ਰਹੇ ਹੋ? ਇਸ ਕਰਕੇ ਨਿਰਪੱਖ ਗੱਲ ਕਰਦੇ ਸੀ, ਚਾਹੇ ਉਹਨੂੰ ਕੌਮ ਨਾਲ ਜੋੜ ਕੇ ਦੇਖ ਲਓ, ਚਾਹੇ ਪੰਜਾਬ ਨਾਲ ਜੋੜ ਕੇ ਦੇਖ ਲਓ। ਜੋ ਵੀ ਸਰਕਾਰ ਦੀ ਧੱਕੇਸ਼ਾਹੀ ਦੀ ਆਵਾਜ਼ ਉਠਾਉਂਦੇ ਸੀ ਉਹੀ ਬੰਦ ਕੀਤੇ ਗਏ ਆ। ਉਹਨਾਂ ਨੂੰ ਹੀ ਬੁਲਾਇਆ ਕੱਲ ਨੂੰ ਵੀ ਆਓ ਆਪਾਂ ਇਕੱਠੇ ਹੋ ਕੇ ਕੋਈ ਸਰਕਾਰ ਨੂੰ ਤਾੜਨਾ ਕਰੀਏ ਜਾਂ ਹੱਲ ਲੱਭੀਏ। ਇਸ ਤਰ੍ਹਾਂ ਸਰਕਾਰ ਦੀ ਧੱਕੇਸ਼ਾਹੀ ਦਾ ਮੁਕਾਬਲਾ ਕੀਤਾ ਜਾ ਸਕਦਾ। ਚਹਿਲ ਸਾਹਿਬ ਜਿਹੜਾ ਮੀਡੀਆ ਵਾਸਤੇ ਇਕੱਠ ਕੀਤਾ ਗਿਆ, ਤੁਸੀਂ ਉਹਦਾ ਵੈਲਕਮ ਕਰਦੇ ਹੋ? ਮਾੜੀ ਗੱਲ ਨਹੀਂ ਜੀ, ਜੇ ਕਿਸੇ ਨਾਲ ਉਹਨਾਂ ਦੇ ਆਪਣੇ ਖਿਆਲ ਲੈਣੇ ਨੇ, ਉਹਨਾਂ ਦੇ ਵਿਊ ਲੈਣੇ ਨੇ, ਇਹਦੇ ਚ ਮਾੜਾ ਕਿਹੜੀ ਗੱਲ ਹੈ? ਫਿਰ ਇੰਤਜ਼ਾਰ ਕਰ ਲਓ, ਸਰਬੱਤ ਖਾਲਸਾ ਵਾਸਤੇ ਵੀ ਹੋ ਸਕਦਾ ਜੱਜਾ ਸਾਹਿਬ ਸਟੈਂਡ ਸਪਸ਼ਟ ਕਰ ਦੇਣ। ਇੰਤਜ਼ਾਰ ਕਰ ਲਓ, ਫਿਰ ਦੁਬਦਾ ਦੂਰ ਹੋ ਜੂਗੀ। ਉਹ ਵੀਰ ਜੀ ਇਹ ਗੱਲਾਂ ਦੁਬਾਰਾ ਕਿਉਂ ਕਰੀ ਜਾਂਦੇ? ਸਰਬੱਤ ਖਾਲਸਾ ਦੀ ਤਾਂ ਕੋਈ ਗੱਲ ਚੱਲ ਹੀ ਨਹੀਂ। ਇਹ ਥੋੜਾ ਵੀ ਜਿੱਦਣ ਦਿਨ ਆ ਗਿਆ ਉਦੋਂ ਸਰਬੱਤ ਖਾਲਸਾ ਦਾ ਨਹੀਂ, ਚਹਿਲ ਸਾਹਿਬ ਐਸਜੀਪੀ ਦੇ ਨੁਮਾਇੰਦੇ ਇੱਥੇ ਬੈਠ ਕੇ ਕਹਿ ਰਹੇ ਆ, ਕਹਿੰਦੇ ਪੱਤਰਕਾਰ ਪੁੱਛ ਲੈਣਗੇ ਤੇ ਜਥੇਦਾਰ ਸਾਹਿਬ ਜਵਾਬ ਦੇ ਦੇਣਗੇ। ਦੱਸੋ, ਇਹ ਤਾਂ ਜਵਾਬ ਮਿਲਿਆ ਮੈਨੂੰ ਅੱਗੋਂ, ਤੇ ਮੈਂ ਇਹੀ ਪੁੱਛੂੰਗਾ ਨਾ ਫਿਰ ਹੁਣ ਤੁਹਾਨੂੰ ਚਹਿਲ ਸਾਹਿਬ। ਇਹ ਤਾਂ ਹੁਣ ਫਿਰ ਠੀਕ ਕਹਿੰਦੇ ਨੇ ਵੀ ਜਵਾਬ ਦੇਣਗੇ, ਪਰ ਜੇ ਸਾਡੇ ਕੋਲ ਜਵਾਬ ਲੈਣਾ ਫਿਰ ਤਾਂ ਮੈਂ ਕਹਿ ਰਿਹਾ ਕਿ ਸਰਬੱਤ ਖਾਲਸਾ ਦੀ ਕੋਈ ਨਾ ਜਥੇਦਾਰ ਸਾਹਿਬ ਨੇ ਗੱਲ ਕੀਤੀ ਹੈ ਨਾ ਹੋਣਾ ਵੀ ਨਹੀਂਗਾ। ਇਹ ਕਨਫਰਮ ਹੈ ਤੁਹਾਨੂੰ? ਮੈਂ ਤੁਹਾਨੂੰ ਫਿਰ ਇਹ ਕਰਾਂ ਦੁਬਾਰਾ ਦੱਸਦਾ, ਜੇ ਉਹ ਦੁਬਤਾ ਦੂਰ ਕਰ ਦਿੰਦੇ ਜਿੱਦਣ ਇਹ ਗੱਲ ਉੱਠੀ ਸੀ, ਭਾਵੇਂ ਆਪਣੇ ਕਿਸੇ ਸਿਸਟਮ 'ਚ ਕਿਸੇ ਨੂੰ ਸਲਾਹ ਕਰਕੇ ਵੀ ਹੈ ਜੀ ਅਸੀਂ ਸਾਡੇ ਵੱਲੋਂ ਸਰਬੱਤ ਖਾਲਸਾ ਨਹੀਂ ਹੋਣਾ, ਤੇ ਦੁਬਤਾ ਉਦੋਂ ਦੀ ਮੁੱਕ ਜਾਂਦੀ। ਦੁਬਤਾ ਤੇ ਜਾਣ ਕੇ ਪਾਈ ਗਈ ਹੈ। ਚਲੋ ਕਿਸੇ ਗੱਲ ਦਾ ਫੈਸਲਾ ਕਰੋਗੇ, ਦੁਬਤਾ ਨਹੀਂ ਹੋਏਗੀ। ਜਿਸ ਗੱਲ ਨੂੰ ਜਿਹੜਾ ਹੈ ਉਹ ਰੋਲ ਕਲੋ 'ਚ ਰੱਖੋਗੇ, ਫਿਰ ਉੱਥੇ ਦੁਬਤਾ ਹੀ ਹੋਣੀ, ਹੋਰ ਕੀ ਹੋਣਾ। ਇਹ ਸਰ ਤੁਸੀਂ ਇੱਕ ਕਹਿ ਰਹੇ ਜਾਣ ਕੇ ਪਾਈ ਗਈ ਹੈ, ਸਰ ਜਾਣ ਕੇ ਪਾਈ ਗਈ ਦਾ ਮਤਲਬ ਕੀ ਹੁੰਦਾ? ਉਹ ਜਾਣ ਕੇ ਦਾ ਮਤਲਬ ਉਦੋਂ ਫੈਸਲਾ ਕਿਉਂ ਨਹੀਂ ਕੀਤਾ ਗਿਆ ਵੀ ਇਹ ਨਹੀਂ ਅਸੀਂ ਸਰਬੱਤ ਖਾਲਸਾ ਕਰ ਸਕਦਾ, ਸਾਡਾ ਜਿਹੜਾ ਇਹ ਮੈਂ ਜਥੇਦਾਰ ਜਿਸ ਸਿਸਟਮ 'ਚੋਂ ਹਾਂ, ਅਸੀਂ ਨਹੀਂ ਕੋਈ ਸਰਬੱਤ ਖਾਲਸਾ ਕਰਨਾ, ਗੱਲ ਮੁੱਕ ਜਾਂਦੀ। ਚਲੋ ਠੀਕ ਹੈ। ਹਰਸਿਮਰਤ ਸਿੰਘ ਜੀ, ਇਹਨਾਂ ਨੇ ਕਿਹਾ ਕਿ ਜਾਣ ਬੁੱਝ ਕੇ ਦੁਬਦਾ ਪਾਈ ਗਈ ਹੈ, ਤੁਸੀਂ ਇਤਫਾਕ ਰੱਖਦੇ ਹੋ ਇਸ ਗੱਲ ਨਾਲ? ਦੇਖੋ, ਮੈਂ ਤਾਂ ਜਾਣਬੁੱਝ ਕੇ ਸ਼ਬਦ ਨਹੀਂ ਵਰਤਾਂਗਾ। ਮੈਂ ਸਮਝਦਾ ਕਿ ਇਹ ਡਿਲੇਇੰਗ ਟੈਕਟਿਕਸ ਹੁੰਦੇ ਨੇ ਵੀ ਇਹ ਚੀਜ਼ ਨੂੰ ਇਗਨੋਰ ਕਰੋ। ਪਰ ਮੇਰਾ ਸਵਾਲ ਇਹ ਹੈ ਵੀ ਰਾਜੀਵ, ਜਦ ਤੁਸੀਂ ਕਹਿ ਰਹੇ ਹੋ ਇਹ ਚੱਬਰ ਸਾਹਿਬ ਜਾਂ ਜਿਹੜੇ ਸਾਰੇ ਇਹਨਾਂ ਨੂੰ ਹੌਲੇ 'ਚ ਨਾ ਲਵੋ, ਹੌਲੀ ਸਟੇਟਮੈਂਟਸ ਨਾ ਦਿਓ। ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਦੀ ਸੰਸਥਾ ਦੇ ਮੁਖੀ ਨੇ, ਔਰ ਇਸ ਲਈ ਜੋ ਲੋੜ ਹੈ ਪੰਥ ਨੂੰ ਦਿਸ਼ਾ ਨਵੀਂ ਦੀ, ਉਹ ਉਸ ਪਾਸੇ ਸੋਚਣ। ਮੇਰੀ ਬੇਨਤੀ ਸਾਰਿਆਂ ਨੂੰ ਹੈਗੀ ਹੈ ਕਿ ਇਹ ਜੋ ਇਸ ਵੇਲੇ ਕ੍ਰਾਈਸਿਸ ਆਪਾਂ ਮਲਟੀਪਲ ਕ੍ਰਾਈਸਿਸ ਫੇਸ ਕਰ ਰਹੀ ਹੈ। ਮੈਂ ਜਿਵੇਂ ਚਾਰ ਸਾਹਿਬ ਕਹਿ ਰਹੇ ਨੇ, ਵਿਦਵਾਨਾਂ ਨੇ ਨਹੀਂ ਕੁਝ ਦੱਸਿਆ, ਮੈਂ ਕਿਹਾ ਮੈਂ ਬੜਾ ਕੁਝ ਦੇਖ ਚੁੱਕਾ, ਦੱਸ ਚੁੱਕਾ। ਸਵਾਲ ਇਹ ਹੈ ਵੀ ਜਿਹੜੇ ਅਕੈਡਮਿਕਸ, ਇੰਟੈਲੈਕਚੁਅਲ ਤੇ ਐਕਟਿਵਿਸਟ ਦੇ ਵਿੱਚ ਗੈਪ ਹੈ। ਮੈਂ ਤਾਂ ਮਹਿਸੂਸ ਕਰਦਾ ਕਿ ਮੈਂ ਤਾਂ ਚੱਲਦਾ ਫਿਰਦਾ ਇੱਕ ਥਿੰਕ ਟੈਂਕ ਆ, ਮੈਂ ਬੜਾ ਕੁਝ ਦੇ ਬੈਠਾ ਪੰਥ ਨੂੰ, ਉਹਦੇ ਬਾਰੇ ਵਿਚਾਰ ਕਰੋ। ਜਥੇਦਾਰ ਸਾਹਿਬ ਨੂੰ ਮੈਂ ਸਾਰੀ ਕਿਤਾਬਾਂ ਦੇ ਕੇ ਇੱਕ ਪੈਨਲ ਬਿਠਾ ਲਓ, ਕੋਈ ਚੱਕਰ ਕਰਨ, ਜਦੋਂ ਕੁਝ ਕਰਨਾ ਹੀ ਨਹੀਂ ਭਾਈ ਸਾਹਿਬ, ਤੇ ਇਹੀ ਹਾਲ ਨਹੀਂ ਹੈ ਨਾ। ਮੇਰੀ ਬੇਨਤੀ ਸਿੰਘ ਸਾਹਿਬ ਨੂੰ ਹੈਗੀ ਹੈ ਕਿ ਉਹ ਜਿਹੜੇ ਗੁਰਮਤਿ ਸਮਾਗਮ ਕਰਨਗੇ ਉਹਦੇ ਚ ਇਸ ਇਸ਼ੂ ਨੂੰ ਐਡਰੈਸ ਜ਼ਰੂਰ ਕਰਨ, ਤੇ 1995 ਵਾਲਾ ਵਿਸ਼ਵ ਸਿੱਖ ਸੰਮੇਲਨ ਸੱਦਣ ਦਾ ਇੱਕ ਰੋਡ ਮੈਪ ਜਾਂ ਇੱਕ ਆਈਡੀਆ। ਹਰਸਿਮਰਤ ਜੀ, ਤੁਸੀਂ ਡਿਲੇ ਟੈਕਟਿਕਸ ਕਹਿ ਕੇ ਜਥੇਦਾਰ ਸਾਹਿਬ ਨੂੰ ਸੇਵ ਕਰ ਰਹੇ ਹੋ। ਪਹਿਲਾ ਸਵਾਲ ਦੇਖੋ ਸਰ, ਸੁਣ ਲਓ ਸਰ ਦੂਜਾ ਸਰ ਸੁਣ ਤਾਂ ਲਓ ਨਾ ਹਰਸਿਮਰਤ ਜੀ, ਸਰ ਸੁਣ ਲਓ ਸਰ। ਪਹਿਲਾ ਸਵਾਲ ਮੇਰਾ ਇਹ ਹੈ ਸਰ, ਡਿਲੇ ਟੈਕਟਿਕਸ ਕਹਿ ਕੇ ਤੁਸੀਂ ਜਥੇਦਾਰ ਸਾਹਿਬ ਨੂੰ ਸੇਵ ਕਰ ਰਹੇ ਹੋ। ਦੂਜਾ ਸਵਾਲ ਮੇਰਾ ਇਹ ਹੈ, ਜਿਹੜੇ ਆਪੋਜੀਸ਼ਨ ਵਾਲੇ ਬੈਠੇ ਆ ਇਹ ਕਹਿ ਰਹੇ ਆ ਕਿ ਜਥੇਦਾਰ ਸਾਹਿਬ ਕਿਸੇ ਸਿਆਸੀ ਸਿਸਟਮ ਵਿੱਚ ਵੱਜੇ ਹੋਏ ਆ। ਸਰ ਜਵਾਬ ਦਿਓ ਫਟਾਫਟ ਹਰਸਿਮਰਤ ਸਿੰਘ ਜੀ। ਦੇਖੋ, ਜਿਹੜੀ ਜਥੇਦਾਰ ਸਾਹਿਬ ਨੂੰ ਇੱਕ ਸਟ੍ਰੇਟ ਵੇ ਜਵਾਬ ਦੇਣਾ ਚਾਹੀਦਾ ਸੀਗਾ, ਉਹ ਨਹੀਂ ਆਇਆ। ਇੱਕ ਤਾਂ ਗੱਲ ਇਹ ਹੈ ਜੀ, ਜਦੋਂ ਸਾਰਾ ਪੰਥ ਉਹਨਾਂ ਦੀ ਆਵਾਜ਼ ਵੇਖ ਰਿਹਾ ਸੀ, ਉਹਨਾਂ ਮੂੰਹ ਵੱਲ ਵੇਖ ਰਿਹਾ ਸੀਗਾ, ਉਹਨਾਂ ਨੇ ਤਰੀਕੇ ਨਾਲ ਗੱਲ ਕਰ ਦਿੱਤਾ ਤਾਂ ਕੋਈ ਹਰਜੀ ਦੁਬਦਾ ਨਹੀਂ ਸੀ ਪੈਣੀ। ਇਸ ਦਾ ਮਤਲਬ ਇਹ ਕਿ ਉਹ ਆਪ ਦੁਬਦਾ ਚ ਨੇ, ਮੈਂ ਕਰਾਂ ਨਾ ਕਰਾਂ, ਰਿਸਪੌਂਡ ਕਰਾਂ ਨਾ ਕਰਾਂ। ਦੂਸਰੀ ਗੱਲ ਇਹ ਹੈ ਕਿ ਜਿਹੜਾ ਇਹ ਦੂਜੇ ਲੋਕ ਕਹਿ ਰਹੇ ਨੇ, ਮੈਂ ਸਮਝਦਾ ਵੀਰਾ ਜੀ, ਮੇਰੀ ਬੇਨਤੀ ਸਾਰੇ ਪੰਥ ਨੂੰ ਇਹਨਾਂ ਰਾਹੀਂ, ਤੁਹਾਡੇ ਰਾਹੀਂ, ਕਿ ਇਸ ਵੇਲੇ ਕੁਝ ਸਮੇਂ ਲਈ ਗੱਲਾਂ ਪੁਰਾਣੀਆਂ ਪੋਸਟਪੋਨ ਕਰ ਲਓ, ਉਹਨਾਂ ਨੂੰ ਟੋਨ ਡਾਊਨ ਕਰ ਲਓ, ਫਲੈਕਸੀਬਲ ਹੋ ਲਓ।
ਪੱਥ ਤੇ ਬੜੀ ਵੱਡੀ ਦੁਬਿਧਾ ਭਰੀ ਹੈ, ਦੁਬਿਧਾ ਸੰਕਟ ਆਏ ਹੋਏ ਨੇ, ਮਲਟੀਪਲ ਕ੍ਰਾਈਸਿਸ ਨੇ। ਉਹ ਕੌਮੀ ਇਨਸਾਫ ਮੋਰਚਾ ਡਿਸਕਸ ਕਰ ਲਵੇ, ਉਹ ਹੱਲ ਕਰ ਦੇਵੇ, ਅਕਾਲ ਤਖਤ ਸਾਹਿਬ ਕਰ ਲਵੇ, ਸਾਰੇ ਵਿਦਵਾਨ ਇਕੱਠੇ ਹੋ ਕੇ ਕੁਛ ਹੱਲ ਤਾਂ ਕੁਛ ਤਾਂ ਹੱਲ ਕਰੋ ਚਲੋ ਨਾ। ਬਹੁਤ ਧੰਨਵਾਦ। ਮੇਰੇ ਕੋਲ ਵਕਤ ਨਹੀਂ, ਮੇਰੇ ਕੋਲ ਵਕਤ ਨਹੀਂ ਹੈ, ਵਕਤ ਨਹੀਂ ਹੈ, ਤੇ ਇਸ ਉਮੀਦ ਨਾਲ ਇਹ ਚਰਚਾ ਸਮਾਪਤ ਕਰ ਰਿਹਾ। ਕਦੇ ਤੁਸੀਂ ਵੀ ਇਕੱਠੇ ਹੋ ਕੇ ਇੱਕ ਦੂਜੇ ਨਾਲ ਵਿਚਾਰ ਕਰੋਗੇ, ਸੰਵਾਦ ਕਰੋਗੇ, ਜਿਹੜਾ ਸਮਾਜ ਗੋਸ਼ਟੀ ਦਾ ਸਿਧਾਂਤ ਗੁਰੂ ਸਾਹਿਬਾਨ ਨੇ ਸਾਨੂੰ ਦਿੱਤਾ, ਤੁਸੀਂ ਵੀ ਉਹਦੇ ਤੇ ਚੱਲੋਗੇ। ਬਹੁਤ ਧੰਨਵਾਦ ਹਰਸਿਮਰਤ ਸਿੰਘ ਤੁਹਾਡਾ, ਚਹਿਲ ਸਾਹਿਬ ਤੁਹਾਡਾ ਬਹੁਤ ਧੰਨਵਾਦ, ਗੁਰਪ੍ਰੀਤ ਸਿੰਘ ਚੱਬਰ ਤੁਹਾਡਾ ਬਹੁਤ ਧੰਨਵਾਦ, ਕੁਸ਼ਲਪਾਲ ਸਿਮਾਨ ਤੁਹਾਡਾ ਬਹੁਤ ਧੰਨਵਾਦ। ਵਿਸਾਖੀ, ਸਰਬੱਤ ਖਾਲਸਾ ਤੇ ਦੁਬਦਾ, ਸਾਰੇ ਸਵਾਲ ਅਸੀਂ ਪੁੱਛ ਲਏ ਆ। ਜਦੋਂ ਜਥੇਦਾਰ ਸਾਹਿਬ ਦਾ ਸਟੈਂਡ ਸਪਸ਼ਟ ਸਾਡੇ ਸਾਹਮਣੇ ਆ ਜਾਊਗਾ, ਫਿਰ ਹੋਰ ਡਿਬੇਟ ਹੋਵੇਗੀ। ਬਹੁਤ ਧੰਨਵਾਦ।